सुन यार हमारे सजन, एक करूं विनंतियां, तिस मोहन लाल प्यारे, ओ फिरूं खुजंतियां, तिस दस प्यारे सिर धरी उतारे, एक पूरी दर्शन दीजै, नैन हमारे प्ररंग रंगारे, एक तिल पीना तरीजै, प्रभ स्यों मन लीना ज्यों जल मीना, चातृक जिवेत संतियां, जन नानक गुर पूरा पाया, सगली तिखा भजंतियां, जन नानक गुर पूरा पाया, सगली तिखा भजंतियां। परम सत्कारयोग गुरु स्वरूप गुरु साध संगत जियो, आओ दासां दी हाजरी अपने चरणों दे विच निरंकार दे चरणों दे विच प्रवान करो। वाहिगुरु जी का खालसा, वाहिगुरु जी की फतेह। अंग 56 5-6 ਦੇ ਉੱਤੇ ਜੋ ਚੱਲ ਰਹੀਆਂ ਅਸ਼ਟਪਦੀਆਂ ਨੇ, ਉਹਨਾਂ ਦੀ ਸੇਵਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਰਵਾ ਰਹੇ ਨੇ। ਇਹ ਜਿਹੜੀਆਂ ਅਸ਼ਟਪਦੀਆਂ ਨੇ, ਇਹ ਨਿਰੰਕਾਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਆਪਣੇ ਉੱਤੇ। ਔਰ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਾਡੇ ਤੇ ਕਿਰਪਾ ਕਰਦੇ ਨੇ, ਅਸ਼ਟਪਦੀਆਂ ਦੇ ਵਿੱਚ ਸਤਿਗੁਰਾਂ ਨੇ 8 ਪਦੇ ਲਾਏ ਹੋਏ ਨੇ, ਤੇ ਹਰ ਪਦੇ ਦੇ 3 ਚਰਨ ਨੇ, 2 ਜਿਹੜੇ ਚਰਨ ਨੇ ਇਹ ਰਹਾਉਦੇ ਨੇ। ਇਸ ਕਰਕੇ ਇਹ 26 ਤੁਕਾਂ ਵਾਲੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਪਹਿਲੇ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਸ ਮਨ ਨੂੰ ਸਮਝਾਉਂਦੇ ਨੇ, ਆਖਦੇ ਨੇ ਹੇ ਮਨਾ ਤੂੰ ਇਸ ਤਰ੍ਹਾਂ ਕਰ, ਜਿਹੜਾ ਤੂੰ ਜੋ ਸੰਸਾਰ ਦੇ ਉੱਤੇ ਕਰ ਰਿਹਾ ਹੈ, ਜੋ ਸੰਸਾਰ ਦੇ ਉੱਤੇ ਤੇਰੀ ਮੱਤ ਹੈ, ਉਹ ਮੱਤ ਦੇ ਰਾਹੀਂ ਇੱਕ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰਨ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਤੂੰ ਭੇਖ, ਅਨੇਕਾਂ ਤਰ੍ਹਾਂ ਦੇ ਜਪ ਤਪ ਧਾਰਨ ਕੀਤੇ ਹੋਏ ਨੇ। ਪਰ ਜਿਹੜੇ ਜਪ ਤਪ ਇਹ ਨੇ, ਇਹਨਾਂ ਦੇ ਰਾਹੀਂ ਕਈ ਜਿਹੜੇ ਸਾਧਨਾ ਤੂੰ ਕਾਂਡਿਆ, ਉਹਨਾਂ ਦੇ ਵਿੱਚੋਂ ਕੋਈ ਵੀ ਖਾਸ ਬਹੁਤੀ ਪ੍ਰਾਪਤੀ ਹੋਣ ਵਾਲੀ ਨਹੀਂ ਹੈ। ਸੋ ਸਤਿਗੁਰੂ ਜੀ ਜੋ ਸੰਸਾਰ ਨੂੰ ਗਿਆਨ ਦਿੰਦੇ ਨੇ, ਕਰੋ ਕਿਰਪਾ, ਆਓ ਜੁੜੋ ਉਸ ਦੇ ਨਾਲ। ਸ੍ਰੀ ਰਾਗ ਮਹਿਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਨਿਰੰਕਾਰ ਜੀ ਕਹਿੰਦੇ ਨੇ ਵੀ ਹੇ ਸੰਸਾਰ ਦੇ ਉੱਤੇ ਪ੍ਰਾਣੀਓ, ਤੁਸੀਂ ਬੜੇ ਜਪ ਕਰ ਰਹੇ ਹੋ। ਜਪ ਦਾ ਮਤਲਬ ਹੈ ਜਿਸ ਜਾਣ ਕੇ ਹਟ ਕਰਕੇ ਜਪ ਕਰਨਾ। ਤਪੀ ਵੀ ਬੜੇ ਤਗੜੇ ਬਣੇ ਹੋ, ਤੇ ਜਿੱਥੇ ਤੁਸੀਂ ਹਟ ਕਰਕੇ ਜਪ ਕਰਦੇ ਹੋ, ਉੱਥੇ ਤਪੀ ਵੀ, ਜਿਨ੍ਹਾਂ ਨੂੰ ਅਸੀਂ ਤਪਾ ਦੇ ਰੂਪ ਦੇ ਵਿੱਚ ਵੀ ਜਾਣਦੇ ਹਾਂ, ਤਪ ਵੀ ਤੁਸੀਂ ਬੜੇ ਕੀਤੇ ਔਰ ਕਰ ਰਹੇ ਹੋ। ਕਈ ਵਾਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਜਲ ਧਾਰਾ ਕਰਨੀਆਂ, ਠੰਡੇ ਪਾਣੀ ਦੇ ਵਿੱਚ ਖੜ ਕੇ ਉਸ ਨੂੰ ਪ੍ਰਮਾਤਮਾ ਨੂੰ ਪਾਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਹੋ। ਜੇਠ ਹਾੜ ਦੀ ਗਰਮੀ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਧੂਣੀਆਂ ਤਪਾ ਕੇ ਉਹਨਾਂ ਦੇ ਵਿੱਚ ਬੈਠ ਕੇ ਇਹ ਤੁਸੀਂ ਤਪ ਕਰਦੇ ਹੋ, ਇਸ ਤਰ੍ਹਾਂ ਪ੍ਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ। ਕਹਿੰਦੇ ਸੰਜਮ ਕਹਿੰਦੇ ਹੁੰਦੇ ਨੇ ਜਿਹੜੀ ਕਿ ਉਹਦੀ ਆ ਸਫਾਈ, ਜਿਹਨੂੰ ਸੁਚਮ ਵੀ ਕਿਹਾ ਗਿਆ ਹੈ। ਔਰ ਇਹ ਸੁਚਮ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਦੇ ਰਹੇ ਨੇ, ਇਹ ਪੰਡਤ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ, ਪਰ ਔਰਤ ਦੇ ਰੂਪ ਦੇ ਵਿੱਚ। ਇਹ ਜਿਹੜੇ ਹਰਿਦੁਆਰ ਦੇ ਵਿੱਚ ਸਤਿਗੁਰ ਜਿਸ ਵੇਲੇ ਗਏ ਨੇ, ਉੱਥੇ ਦੇਖਦੇ ਨੇ ਕਿ ਜਿਹੜੇ ਇੱਥੇ ਦੇ
ਆਪਣੇ ਆਪ ਨੂੰ ਉੱਚ ਕੋਟੀ ਦੇ ਪੰਡਤ ਕਹਾਉਣ ਵਾਲੇ ਨੇ, ਚੁੱਲ੍ਹੇ ਲਿਪਦੇ ਨੇ, ਵਿਹੜੇ ਲਿਪਦੇ ਨੇ, ਇੱਥੇ ਤੱਕ ਵੀ ਜਿਹੜੀ ਅੱਗ ਜਿਹੜੀਆਂ ਸੋਟੀਆਂ ਦੇ ਨਾਲ ਇਹਨਾਂ ਨੇ ਬਾਲਣੀ ਹੁੰਦੀ, ਬਾਲਣ ਹੁੰਦਾ, ਉਹਨੂੰ ਵੀ ਇਹ ਧੋ ਕੇ ਰੱਖਦੇ ਨੇ। ਔਰ ਇਹ ਜਿਹੜੀ ਸੁਚਮ ਹੈ, ਇਸ ਨੂੰ ਹੀ ਸੰਜਮ ਆਖਿਆ ਹੈ। ਸਾਧੀਏ ਤੁਸੀਂ ਕਰ ਰਹੇ ਹੋ ਤੀਰਥ ਕੀਚੇ ਬਾਸ, ਤੇ ਤੀਰਥਾਂ ਦੇ ਉੱਤੇ ਤੁਸੀਂ ਅਸਥਾਨ ਖਰੀਦ ਕੇ ਝੌਂਪੜੀ ਬਣਾ ਕੇ ਇਹਨਾਂ ਦੇ ਉੱਤੇ ਤੁਸੀਂ ਵਸ ਰਹੇ ਹੋ। ਅੱਜ ਵੀ ਹੈ, ਤੁਸੀਂ ਕਿਤੇ ਇਹਨਾਂ ਜਗ੍ਹਾ ਦੇ ਉੱਤੇ ਜਾ ਕੇ ਦੇਖੋ, ਬਨਾਰਸ ਦੀ ਧਰਤੀ ਤੇ ਚਲੇ ਜਾਵੋ, ਹਰਿਦੁਆਰ ਦੀ ਧਰਤੀ ਤੇ ਚਲੇ ਜਾਵੋ, ਲੋਕ ਜਿਸ ਵੇਲੇ ਵਡੇਪਾ ਭਾਈ ਆ ਜਾਂਦਾ ਹੈ ਉੱਥੇ ਚਲੇ ਜਾਂਦੇ ਨੇ, ਆਖਦੇ ਨੇ ਵੀ ਇਦੂ ਜਗ੍ਹਾ ਦੇ ਉੱਤੇ ਸਰੀਰ ਛੱਡਣ ਦੇ ਨਾਲ ਸਾਨੂੰ ਮੋਖ ਪ੍ਰਾਪਤ ਹੋ ਜਾਂਦਾ, ਸਵਰਗਾਂ ਦੇ ਵਿੱਚ ਸਾਡਾ ਵਾਸਾ ਹੁੰਦਾ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਸ ਵੇਲੇ ਗਿਣਦੇ ਨੇ, ਉਹਨਾਂ ਦਾ ਗਿਆਨ ਦਿੰਦੇ ਨੇ, ਤੇ ਨਾਲ ਕਹਿੰਦੇ ਨੇ ਕਿ ਇਹ ਤੂੰ ਇਸ ਤਰ੍ਹਾਂ ਸਾਰਾ ਕੁਝ ਕਰਕੇ ਦੇਖ ਲੈ। ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਬੜਾ ਤੂੰ ਜਾ ਕੇ ਤੀਰਥਾਂ ਦੇ ਉੱਤੇ ਪੁੰਨ ਦਾਨ ਵੀ ਬਹੁਤ ਕਰਦਾ ਹੈ, ਦਾਨ ਵੀ ਬੜਾ ਦਿੰਦਾ ਹੈ, ਚੰਗਿਆਈਆਂ ਚੰਗੇ ਕਰਮ ਵੀ ਬੜੇ ਕਰ ਰਿਹਾ ਹਾਂ, ਪਰ ਇੱਕ ਤੇਰੇ ਅੰਦਰ ਬਹੁਤ ਵੱਡੀ ਘਾਟ ਹੈ। ਤੂੰ ਸੱਚੇ ਪ੍ਰੀਤਮ ਦੇ ਨਾਮ ਦੇ ਨਾਲ ਨਹੀਂ ਜੁੜਿਆ। ਜੋ ਤੈਨੂੰ ਗਿਆਨ ਇਹਨਾਂ ਅਸਥਾਨਾਂ ਤੋਂ ਪ੍ਰਾਪਤ ਹੁੰਦਾ, ਉਸ ਗਿਆਨ ਦਾ ਤੂੰ ਧਾਰਨੀ ਨਹੀਂ ਹੋਇਆ। ਇਸ ਕਰਕੇ ਸੱਚੇ ਨਾਮ ਤੋਂ ਬਗੈਰ, ਸੱਚੇ ਬੰਦਗੀ ਤੋਂ ਬਗੈਰ ਇਹ ਸਭ ਕੋਈ ਵੀ ਜਿੰਨੇ ਵੀ ਤੂੰ ਕਰਮਕਾਂਡ ਕਰ ਰਿਹਾ, ਇਹ ਬਹੁਤੇ ਕੋਈ ਸਹਾਇਕ ਨਹੀਂ ਹੁੰਦੇ, ਇਹ ਬਹੁਤੇ ਸਹਾਇਤਾ ਦੇਣ ਵਾਲੇ ਨਹੀਂ ਹਨ। ਜੇਹਾ ਰਾਧੇ ਤੇਹਾ ਲੂਣੈ ਬਿਨ ਗੁਣ ਜਨਮ ਵਿਨਾਸ਼। ਇਸ ਤਰ੍ਹਾਂ ਸਤਿਗੁਰ ਕਹਿੰਦੇ ਨੇ ਕਿ ਕਰਮ ਧਰਮ ਪਾਖੰਡ ਜੋ ਦਿਸੇ, ਤਿਨ ਜਮ ਜਾ ਗਾਤੀ ਲੂਟੇ। ਤੇ ਸਤਿਗੁਰ ਇੱਥੇ ਗਾਂ ਕਹਿੰਦੇ ਨੇ ਜੇਹਾ ਰਾਧੇ। ਜਿਸ ਤਰ੍ਹਾਂ ਦਾ ਰਾਧੇ ਦਾ ਮਤਲਬ ਹੁੰਦਾ ਬੀਜਣਾ, ਜੋ ਤੂੰ ਬੀਜ ਰਿਹਾ ਹੈ ਉਸੇ ਤਰ੍ਹਾਂ ਦਾ ਹੀ ਕੱਟੇਗਾ ਤੂੰ। ਬਿਨ ਗੁਣ ਜਨਮ ਵਿਨਾਸ਼। ਨਿਰੰਕਾਰ ਦੀ ਬੰਦਗੀ ਦਾ ਸਭ ਤੋਂ ਪਹਿਲਾ ਵੱਡਾ ਗੁਣ ਹੈ ਸੇਵਾ ਤੋਂ ਦੂਸਰਾ ਆਂਦਾ, ਪਹਿਲਾਂ ਬੰਦਗੀ ਦਾ, ਭਗਤੀ ਦਾ, ਇੱਕ ਨਾਮ ਦੇ ਨਾਲ ਇੱਕ ਅਕਾਲ ਪੁਰਖ ਦੇ ਭਰੋਸਾ ਰੱਖਣਾ। ਜੇ ਤੂੰ ਇਹ ਗੁਣ ਦਾ ਅਜੇ ਧਾਰਨੀ ਨਾ ਹੋਇਆ, ਤੇਰਾ ਜਿਹੜਾ ਜਨਮ ਇੱਥੇ ਹੈ ਇਹ ਵੀ ਨਸਫਲ ਹੈ, ਇਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਤੇਰਾ ਆਉਣ ਦੇ ਸੰਸਾਰ ਦੇ ਉੱਤੇ ਹੋਇਆ। ਮੁੰਦੇ ਗੁਣ ਦਾਸੀ ਸੁਖ ਹੋਏ। ਹੇ ਜਗਿਆਸੂ ਇਸਤਰੀਏ, ਗੁਣਾ ਤੋਂ ਬਗੈਰ ਤੂੰ ਦਾਸੀ ਨਹੀਂ ਬਣ ਸਕਦੀ। ਪਰ ਇਸ ਕਰਕੇ ਸਤਿਗੁਰ ਕਹਿੰਦੇ ਨੇ ਦਾਸੀ ਬਣਨ ਵਾਸਤੇ ਤੈਨੂੰ ਗੁਣਾ ਨੂੰ ਧਾਰਨੀ ਕਰਨਾ ਹੀ ਪਵੇਗਾ। ਸੋ ਇੱਥੇ ਕਹਿੰਦੇ ਨੇ ਮੁੰਦ ਕਹਿੰਦੇ ਨੇ ਇਸਤਰੀ ਨੂੰ, ਗੁਣਾ ਵਾਲੀ ਇਸਤਰੀ ਨੂੰ। ਇਸ ਕਰਕੇ ਕਹਿੰਦੇ ਸਤਿਗੁਰ ਸੰਸਾਰ ਦੇ ਉੱਤੇ ਤੂੰ ਆਤਮਾ ਨੂੰ ਉਪਦੇਸ਼ ਦੇ ਰਿਹਾ ਨਾ, ਕਹਿੰਦੇ ਵੀ ਤੂੰ ਚੰਗੇ ਗੁਣਾ ਵਾਲੀ ਦਾਸੀ ਬਣ ਸੰਸਾਰ ਦੇ ਉੱਤੇ। ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ। ਅਵਗਣ ਜਿਹੜੇ ਨੇ, ਜਿਹੜੇ ਕਿ ਤਤ ਨਿਰੰਕਾਰ ਤੋਂ ਦੂਰ ਲੈ ਕੇ ਜਾਂਦੇ ਨੇ, ਉਹਨਾਂ ਨੂੰ ਤਿਆਗ ਦੇ ਤੇ ਗੁਣਾ ਨੂੰ ਸਮਾ। ਗੁਣਾ ਦੇ ਵਿੱਚ ਜਾ ਕੇ, ਨਾਮ ਦੇ ਵਿੱਚ ਜਾ ਕੇ ਤੂੰ ਸਮਾ। ਗੁਰੂ ਦੇ ਕੋਲੋਂ ਮਤ ਲੈ। ਗੁਰਮਤਿ ਕਹਿੰਦੇ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰ। ਉਸ ਪ੍ਰਾਪਤ ਕੀਤੇ ਹੋਏ ਗਿਆਨ ਦੇ ਰਾਹੀਂ ਆਪਣੇ ਜੀਵਨ ਕਾਲ ਦੇ ਵਿੱਚ ਸੇਵਾ ਤੇ ਸਿਮਰਨ ਕਰ। ਫੇਰ ਹੀ ਤੈਨੂੰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਸ ਗਿਆਨ ਦੇ ਨਾਲ ਨਾਮ ਦੀ ਪ੍ਰਾਪਤੀ ਹੋਵੇਗੀ। ਰਹਾਉ ਬਿਨ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ। ਦੇਖ, ਜਿੰਨਾ ਚਿਕਰ ਤੇਰੀ ਜੇਬ ਦੇ ਵਿੱਚ ਮਾਇਆ ਨਹੀਂ ਹੈ, ਰਾਸੀ ਕਹਿੰਦੇ ਨੇ ਮਾਇਆ ਨੂੰ, ਉਹ ਤੂੰ ਭਾਵੇਂ ਚਾਹਾਂ ਕੁੰਡਾਂ ਦੇ ਵਿੱਚ ਚਲੇ ਜਾ, ਜਿਹੜੇ ਕਿ ਉੱਤਰ ਦੱਖਣ ਪੂਰਬ ਪੱਛਮ, ਈਸਟ ਵੈਸਟ ਸਾਊਥ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਚਲੇ ਜਾ। ਵਪਾਰ ਕਰਨ ਦੀ ਕੋਸ਼ਿਸ਼ ਕਰ। ਤੂੰ ਵਪਾਰ ਕਰ ਨਹੀਂ ਸਕੇਗਾ ਕਿਉਂਕਿ ਤੇਰੇ ਕੋਲ ਵਪਾਰ ਕਰਨ ਵਾਸਤੇ ਧਨ ਨਹੀਂ ਹੈ। ਸੋ ਇੱਥੇ ਜੋ ਸਤਿਗੁਰ ਸਾਨੂੰ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਦੇਖ ਤੂੰ ਸੰਸਾਰ ਦੇ ਉੱਤੇ ਵਪਾਰੀ ਬਣ ਕੇ ਆਇਆ ਹੈ। ਇੱਥੇ ਜਿੰਨਾ ਚਿਕਰ ਤੂੰ ਨਾਮ ਦਾ ਧਨ, ਸੇਵਾ ਦਾ ਧਨ, ਨਿਰੰਕਾਰ ਦੇ ਗਿਆਨ ਦਾ ਧਨ ਇਕੱਠਾ ਨਹੀਂ ਕਰਦਾ, ਤੂੰ ਜਿਸ ਵੇਲੇ ਇਹ ਸੰਸਾਰ ਨੂੰ ਤਿਆਗ ਕੇ ਜਾਵੇਂਗਾ, ਉੱਥੇ ਜਿੱਧਰ ਮਰਜੀ ਘੁੰਮੀ ਜਾਵੀਂ,
ਤੈਨੂੰ ਨਿਰੰਕਾਰ ਦੇ ਚਰਨਾਂ ਦੇ ਵਿੱਚ ਅਸਥਾਨ ਪ੍ਰਾਪਤ ਨਹੀਂ ਹੋਵੇਗਾ। ਮੂਲ ਨ ਬੁੱਝੈ ਆਪਣਾ, ਵਸਤ ਰਹੀ ਘਰ ਬਾਰ। ਕਾਰਨ ਕਿ ਜੇ ਸੰਸਾਰ ਦੇ ਉੱਤੇ ਤੂੰ ਚੌਹਾਂ ਕੁੰਡਾਂ ਦੇ ਵਿੱਚ ਜਾ ਕੇ ਰਾਸ਼ੀ ਤੋਂ ਬਗੈਰ ਵਪਾਰ ਨਹੀਂ ਕਰ ਸਕਦਾ, ਕਹਿੰਦੇ ਇਸੇ ਤਰ੍ਹਾਂ ਜੀਵਨ ਕਾਲ ਦੇ ਸਮੇਂ ਦੇ ਵਿੱਚ ਤੂੰ ਮੂਲ ਨਾ ਬੁੱਝੇ ਆਪਣਾ। ਮੂਲ ਹੈ ਸਾਡਾ ਪ੍ਰਮਾਤਮਾ, ਵਾਹਿਗੁਰੂ ਨਿਰੰਕਾਰ ਜੀ। ਕਹਿੰਦੇ ਉਸ ਪ੍ਰਮਾਤਮਾ ਨੂੰ ਤੂੰ ਜਾਣਨਾ ਹੀ ਨਹੀਂ ਕੀਤਾ। ਆਤਮਾ ਦੇ ਵਿੱਚ ਜਿਹੜਾ ਸਤਿਗੁਰ ਵਸਿਆ ਹੋਇਆ ਹੈ ਉਸ ਨੂੰ ਤੂੰ ਪਹਿਚਾਣਿਆ ਹੀ ਨਹੀਂ, ਪਰ ਬਾਹਰ ਹੀ ਢੋਲਦਾ ਰਿਹਾ। ਬਾਹਰ ਹੀ ਜੰਗਲਾਂ ਬਿਆਬਾਨਾਂ ਦੇ ਵਿੱਚ ਜਾ ਜਾ ਕੇ ਪਰਬਤਾਂ ਦੀਆਂ ਗੁਫਾਵਾਂ ਦੇ ਵਿੱਚ ਤੂੰ ਬੈਠਾ ਰਿਹਾ। ਉੱਥੇ ਵੀ ਤੈਨੂੰ ਕੋਈ ਖਾਸ ਲਾਭ ਨਹੀਂ ਹੋਇਆ, ਨਾ ਹੀ ਤੈਨੂੰ ਨਿਰੰਕਾਰ ਪ੍ਰਾਪਤ ਹੋਇਆ। ਵਿਣ ਵਖਰ ਦੁਖ ਅਗਲਾ, ਕੂੜ ਮੁਠੀ ਕੁੜਿਆਰ। ਨਾਮ ਦੇ ਵੱਖਰ ਵੱਖਰ ਕਹਿੰਦੇ ਨੇ ਸੌਦੇ ਨੂੰ, ਸੌਦਾ ਕਰਨਾ। ਸੱਚੇ ਨਾਮ ਦਾ ਸੌਦਾ ਕੀਤੇ ਤੋਂ ਬਗੈਰ ਦੇਖ ਭਾਈ, ਇਹ ਸੰਸਾਰ ਦੇ ਉੱਤੇ ਇਸ ਤਰ੍ਹਾਂ ਤੂੰ ਰਹੇਗਾ ਤਾਂ ਜਦੋਂ ਤੂੰ ਪਰਲੋਕ ਜਾਏਗਾ ਉੱਥੇ ਤੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਤੈਨੂੰ ਲਾਭ ਨਹੀਂ ਹਾਸਲ ਹੋਏਗਾ। ਤੈਨੂੰ ਉੱਥੇ ਇਸ ਤਰ੍ਹਾਂ ਤੂੰ ਦੱਸੇਗਾ ਕਿ ਜਿਸ ਤਰ੍ਹਾਂ ਇੱਕ ਹਰਨ ਹੁੰਦਾ ਹੈ, ਸੰਸਾਰ ਤੇ ਤੂੰ ਆਇਆ ਨਾਮ ਦੀ ਕਮਾਈ ਕਰਨ ਵਾਸਤੇ, ਪਰ ਵੱਖਰ ਨੂੰ ਤੂੰ ਪਛਾਣਿਆ ਨਹੀਂ, ਆਪਣੇ ਨੂੰ ਮੂਲ ਨੂੰ ਆਪਣੇ ਨੂੰ ਪਛਾਣਿਆ ਨਹੀਂ। ਤੈਨੂੰ ਇਸ ਤਰ੍ਹਾਂ ਸੰਸਾਰ ਦੇ ਉੱਤੇ ਰਹਿੰਦੇ ਹੋਏ ਮਨਮੁਖ ਜੀਵਨ ਨੂੰ ਬਤੀਤ ਕਰਦੇ ਹੋਏ ਨੂੰ ਤੈਨੂੰ ਜਿਹੜੇ ਅੰਦਰ ਤੇਰੇ ਕੂੜ ਵਰਗੇ ਵਿਕਾਰ ਨੇ ਉਹ ਦੇਖ ਤੈਨੂੰ ਠੱਗੀ ਜਾ ਰਹੇ ਨੇ, ਉਹ ਤੈਨੂੰ ਠੱਗੀ ਜਾ ਰਹੇ ਨੇ। ਇਸ ਕਾਰਨ ਕਰਕੇ ਤੈਨੂੰ ਪਰਲੋਕ ਦੇ ਵਿੱਚ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਏਗਾ। ਮਨਮੁਖਾਂ ਵਾਲਾ ਜੀਵਨ ਬਤੀਤ ਕਰੇਗਾ, ਤੇਰਾ ਸੰਸਾਰ ਦੇ ਉੱਤੇ ਆਉਣਾ ਜਾਣਾ ਖਤਮ ਨਹੀਂ ਹੋਵੇਗਾ। ਲਾਹਾ ਐਨਸ ਨੌਤਨਾ, ਪਰਖੇ ਰਤਨ ਵਿਚਾਰ। ਦੇਖ ਤੂੰ ਇਹ ਵਿਚਾਰ ਕੇ ਦੇਖ, ਆਪਣੇ ਆਪ ਦੇ ਨਾਲ ਸੋਚ ਵਿਚਾਰ ਕਰਕੇ ਦੇਖ, ਮਨ ਦੇ ਨਾਲ ਗੱਲਾਂ ਕਰਕੇ ਦੇਖ ਕਿ ਜੇ ਤੂੰ ਇੱਥੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦਾ ਲਾਭ ਨਾ ਖੱਟਿਆ, ਦਿਨ ਰਾਤ ਉਹਦੀ ਬੰਦਗੀ ਨਾ ਕੀਤੀ, ਤਾਂ ਫਿਰ ਤੈਨੂੰ ਇਹ ਸੰਸਾਰ ਦੇ ਉੱਤੇ ਵੀ ਕੋਈ ਖਾਸ ਸੁੱਖਾਂ ਦਾ ਸੁੱਖ ਨਹੀਂ ਪ੍ਰਾਪਤ ਹੋਣੇ। ਵਸਤਲ ਹੈ ਕਰ ਆਪਣਾ, ਚੱਲੇ ਕਾਰਜ ਸਾਰ। ਤੂੰ ਇਸ ਤਰ੍ਹਾਂ ਵੀ ਵਸਤ ਲੈ ਆਇਆ ਸੰਸਾਰ ਤੇ, ਨਿਰੰਕਾਰ ਦੇ ਕੋਲੋਂ ਲੈ ਕੇ ਤੂੰ ਨਿਰੰਕਾਰ ਦਾ ਕਰਜ਼ਾਈ ਬਣ ਕੇ ਸਵਾਸਾਂ ਦਾ ਔਰ ਜੋ ਬਾਕੀ ਵਸਤੂਆਂ ਸਤਿਗੁਰ ਤੈਨੂੰ ਦੇ ਰਹੇ ਨੇ, ਤੂੰ ਉਹਨਾਂ ਦਾ ਕਰਜ਼ਾਈ ਬਣ ਕੇ ਆਇਆ। ਪਰ ਉਹ ਜਿਹੜਾ ਤੈਨੂੰ ਇੱਥੇ ਆਣ ਕੇ ਸਤਿਗੁਰ ਦੇ ਨਾਮ ਦੀ ਆਰਾਧਨਾ ਕਰੇਗਾ, ਉਸ ਨਾਮ ਦਾ ਧਨ ਇਕੱਠਾ ਕਰੇਗਾ, ਇਹ ਕਰਜ਼ਾ ਉਸ ਤਰ੍ਹਾਂ ਰਹੇਗਾ। ਤੇਰੀ ਮਾਇਆ ਦੇ ਨਾਲ, ਤੇਰੇ ਹੋਰ ਪਦਾਰਥਾਂ ਦੇ ਨਾਲ ਪ੍ਰੀਤਮ ਦਾ ਕਰਜ਼ਾ ਨਹੀਂ ਲੈਣਾ। ਸੋ ਸਤਿਗੁਰ ਕਹਿੰਦੇ ਨੇ ਵੀ ਦੇਖ ਇੱਥੇ ਆਣ ਕੇ ਤੂੰ ਉਹ ਨਾਮ ਧਨ ਇਕੱਠਾ ਕਰ, ਉਸ ਨਾਮ ਧਨ ਦੇ ਇਕੱਠਾ ਕਰਕੇ ਤੈਨੂੰ ਮੁਕਤੀ ਦਾ ਗਿਆਨ ਹੋ ਜਾਵੇਗਾ। ਉਹ ਮੁਕਤੀ ਦਾ ਗਿਆਨ ਜਦੋਂ ਹੋ ਗਿਆ ਤੇ ਤੂੰ ਇੱਥਾ ਸੰਸਾਰ ਵੀ ਸਵਾਰ ਲਿਆ ਤੇ ਅੱਗਾ ਵੀ ਸਵਾਰ ਲਵੇਂਗਾ। ਵਣਜਾਰਿਆਂ ਸਿਉ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਇੱਥੇ ਵਣਜਾਰਿਆਂ ਨੂੰ ਆਖਿਆ ਹੈ ਮਹਾਤਮਾ ਲੋਕ, ਸੰਤ ਲੋਕ, ਗਿਆਨੀ ਲੋਕ, ਬ੍ਰਹਮ ਗਿਆਨੀ ਲੋਕ। ਕਹਿੰਦੇ ਉਹਨਾਂ ਦੇ ਨਾਲ ਬੈਠ ਕੇ, ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਤੂੰ ਵਣਜ ਕਰ, ਤੂੰ ਉੱਥੇ ਸੌਦਾ ਕਰ, ਸੌਦਾ ਖਰੀਦਣਾ ਕਰ ਉਹਨਾਂ ਦੇ ਕੋਲੋਂ। ਕਿਹੜਾ? ਕਹਿੰਦੇ ਨਾਮ ਦਾ, ਔਰ ਉਹਨਾਂ ਦੇ ਕੋਲੋਂ ਹੀ ਤੈਨੂੰ ਨਾਮ ਦਾ ਸੌਦਾ ਪ੍ਰਾਪਤ ਹੋਵੇਗਾ। ਗੁਰਮੁਖ ਬ੍ਰਹਮ ਵਿਚਾਰ, ਤੇ ਉਹਨਾਂ ਦੇ ਰਾਹੀਂ ਬੈਠ ਕੇ ਜੋ ਤੂੰ ਉਹਨਾਂ ਦੇ ਕੋਲੋਂ ਗਿਆਨ ਹਾਸਲ ਕਰੇਗਾ, ਨਾਮ ਹਾਸਲ ਕਰੇਗਾ, ਉਹਦੇ ਨਾਲ ਹੀ ਤੈਨੂੰ ਬ੍ਰਹਮ ਦੀ ਵਿਚਾਰ, ਉਸ ਅਕਾਲ ਪੁਰਖ ਦਾ ਗਿਆਨ ਹੋਵੇਗਾ। ਸੰਤਾਂ ਸੰਗਤ ਪਾਈਐ, ਜੇ ਮੇਲੇ ਮੇਲਣ ਹਾਰ। ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਹੀ ਕਿਰਪਾ ਕਰਕੇ ਕਹਿ ਦਿੰਦੇ ਨੇ ਵੀ ਸੰਤਾਂ ਦੀ ਬਖਸ਼ਿਆ ਹੋਏ ਦੀ ਸੰਗਤ ਵੀ ਤੈਨੂੰ ਤਾਂ ਹੀ ਪ੍ਰਾਪਤ ਹੋਣੀ ਪਾਈ ਜੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਤੇਰੇ ਉੱਤੇ ਕਿਰਪਾ ਕੀਤੀ। ਮਿਲਿਆ ਹੋਏ ਨਾ ਵਿਛੜੈ, ਜਿਸ ਅੰਤਰ ਜੋਤ ਅਪਾਰ। ਪਰ ਜਿਹੜੇ ਮਿਲੇ ਹੋਏ ਸਾਧੂ ਸੰਤ ਨੇ ਉਹਨਾਂ ਦੇ ਨਾਲ ਜਿਸ ਵੇਲੇ ਸਾਡਾ ਮਿਲਾਪ ਹੋ ਜਾਂਦਾ ਭਾਈ, ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਅੰਦਰੋਂ ਨਿਰੰਕਾਰ ਦਾ ਨਾਮ ਪ੍ਰਗਟ ਹੋ ਜਾਂਦਾ। ਅੰਦਰ ਅਸੀਂ ਉਹ ਅਕਾਲ ਪੁਰਖ ਦੀ ਇਹ ਮਨ ਜੋਤੀ ਨੂੰ ਪਹਿਚਾਣ ਲੈਂਦੇ ਹਾਂ।
ਪਹਿਚਾਣ ਕੇ ਪ੍ਰੇਮ ਪਾ ਲਿਆ। ਉਹ ਪ੍ਰੇਮ ਦੀ ਕਿਰਪਾ ਦੇ ਨਾਲ ਸਾਡਾ ਸਤਿਗੁਰ ਨਾਲ ਜੋੜ ਹੋ ਗਿਆ। ਹੁਣ ਕੋਈ ਵੀ ਪਾਪ, ਕੋਈ ਵੀ ਵਿਕਾਰ ਸਾਨੂੰ ਉਸ ਦੇ ਕੋਲੋਂ ਵਿਛੋੜ ਨਹੀਂ ਸਕਦਾ। ਸੱਚੇ ਆਸਣ ਸੱਚ ਰਹੈ, ਸੱਚੇ ਪ੍ਰੇਮ ਪਿਆਰ। ਇਸ ਕਰਕੇ ਨਿਸ਼ਚਾ ਕਰ, ਇੱਕ ਤੂੰ ਆਪਣੇ ਨਾਲ ਨਿਸ਼ਚਾ ਕਰ, ਆਪਣੇ ਨਾਲ ਇੱਕ ਤੂੰ ਵਾਅਦਾ ਕਰ ਕਿ ਉਹ ਸੱਚੇ ਆਸਣ, ਸੱਚੇ ਆਸਣ ਹੁੰਦਾ ਗੁਰੂ ਕੀ ਸੰਗਤ ਜਾਂ ਮਹਾਤਮਾ ਜਨਾਂ ਦੀ ਸੰਗਤ, ਉਹਦੇ ਵਿੱਚ ਸੱਚ ਰਹੇ। ਕਿਉਂਕਿ ਉਹ ਸੱਚੀ ਸੰਗਤ ਦੇ ਵਿੱਚ ਜਿਹੜਾ ਉਹ ਟਿਕਾਣਾ ਹੈ, ਉਹਦੇ ਵਿੱਚ ਪ੍ਰੇਮ ਰੂਪੀ ਸੱਚ, ਉੱਥੇ ਉਸ ਦਾ ਹੀ ਭੋਜਨ ਵਰਤਾਇਆ ਜਾਂਦਾ। ਜਿਸ ਵਿੱਚ ਤੂੰ ਉਹਦੇ ਵਿੱਚ ਹੋਵੇਂਗਾ, ਉਦੋਂ ਸੱਚ ਦਾ ਭੋਜਨ ਛਕੇਗਾ ਤੇ ਸੱਚੇ ਪ੍ਰੇਮ ਪਿਆਰ, ਉਹ ਸੱਚੇ ਵਾਹਿਗੁਰੂ ਦੇ ਨਾਲ ਤੇਰਾ ਸੱਚਾ ਅਟੁੱਟ ਪ੍ਰੇਮ ਪੈਣਾ ਸ਼ੁਰੂ ਹੋ ਜਾਵੇਗਾ। ਜਿਨੀ ਆਪ ਪਛਾਣਿਆ, ਕਰ ਮਹਿ ਮਹਲ ਸੁਥਾਏ। ਜਿਹਨਾਂ ਸੰਸਾਰੀ ਜੀਵਾਂ ਨੇ ਆਪਣੇ ਆਪ ਨੂੰ ਪਹਿਚਾਣ ਲਿਆ, ਆਪਣੀ ਖੋਜ ਕਰ ਲਈ, ਜਿਸ ਦਾ ਵਚਨ ਦਾ ਆਪਾਂ ਪਹਿਲਾਂ ਵੀ ਕਰਕੇ ਆਇਆ ਹਾਂ ਕਿ ਸਾਡੇ ਅੰਦਰ ਜਿੰਨੀਆਂ ਵੱਖਰੀਆਂ ਵੱਖਰੀਆਂ ਜੋਤਾਂ ਹਨ, ਉਹਨਾਂ ਜੋਤਾਂ ਦੇ ਵਿੱਚ ਕੀ ਕੁਝ ਪਿਆ ਹੋਇਆ ਹੈ। ਅਸੀਂ ਜਨ ਬਣ ਗਏ, ਦਾਸ ਬਣ ਗਏ ਨਿਰੰਕਾਰ ਦੇ। ਕਹਿੰਦੇ ਉਹਨਾਂ ਨੇ ਅਸਲੀ ਘਰ ਨੂੰ ਪਹਿਚਾਣ ਲਿਆ। ਉਹਨਾਂ ਨੂੰ ਉਹ ਜਿਹੜਾ ਥਿਰ ਘਰ ਹੈ, ਸ਼੍ਰੇਸ਼ਟ ਸਭ ਤੋਂ ਉੱਚਾ ਘਰ, ਜਿੱਥੇ ਹਰ ਇੱਕ ਨੇ ਜਾਣਾ ਹੀ ਹੈ, ਉਸ ਦਾ ਪਹਿਚਾਨ, ਉਸ ਦੀ ਪਹਿਚਾਣ ਉਹ ਹੋ ਜਾਂਦੀ ਹੈ। ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਸੱਚੇ ਨਾਮ ਵਾਹਿਗੁਰੂ ਦੇ ਨਾਲ ਰਤਿਆ ਦਾ ਮਤਲਬ ਹੁੰਦਾ ਰੰਗੇ ਹੋਏ। ਜਦੋਂ ਅਸੀਂ ਉਹਦੇ ਨਾਲ ਰੰਗ ਜਾਵਾਂਗੇ, ਨਾਮ ਦੇ ਨਾਲ ਵਾਰ-ਵਾਰ ਉਸ ਦੀ ਆਰਾਧਨਾ ਕਰਾਂਗੇ, ਉਹਦਾ ਹੀ ਰੂਪ ਬਣ ਜਾਵਾਂਗੇ, ਫਿਰ ਉਹ ਸੱਚੋ ਪੱਲੇ ਪਾਏ। ਉਹ ਨਿਰੰਕਾਰ ਸੱਚੇ ਪਾਤਸ਼ਾਹ ਮਿਹਰ ਕਰਨਗੇ, ਸਾਡੀ ਜਿਹੜੀ ਬੁੱਧੀ ਮਤ ਦਾ ਪੱਲਾ ਹੈ, ਉਸ ਦੇ ਵਿੱਚ ਇਸ ਨਾਮ ਰੂਪੀ ਧਨ ਨੂੰ ਵੰਨ ਦੇਵਣਗੇ। ਤ੍ਰੈ ਭਵਨ ਸੋ ਪ੍ਰਭ ਜਾਣੀਐ, ਸਾਚੋ ਸਾਚੈ ਨਾਏ। ਇਹ ਜਿਹੜੇ ਤਿੰਨੇ ਭਵਨ ਨੇ ਭਾਈ, ਇਹਦਾ ਇਹ ਖਿਆਲ ਰੱਖ, ਤੈਨੂੰ ਇਸ ਦਾ ਗਿਆਨ ਹੋਣਾ ਚਾਹੀਦਾ। ਇਹ ਜਿਹੜੇ ਤਿੰਨੇ ਭਵਨ ਨੇ, ਚਾਹੇ ਉਹ ਧਰਤੀ ਹੈ, ਚਾਹੇ ਆਕਾਸ਼ ਹੈ, ਚਾਹੇ ਪਾਤਾਲ ਹੈ, ਇਹਨਾਂ ਦੇ ਵਿੱਚ ਉਹ ਸੱਚੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਹੀ ਪਹਿਚਾਣਿਆ ਜਾਂਦਾ ਹੈ। ਉਸ ਦਾ ਹੀ ਹੁਕਮ ਇਹਨਾਂ ਸਥਾਨਾਂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਚੱਲ ਰਿਹਾ ਹੁੰਦਾ ਹੈ। ਸਾਤਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਉਹ ਜੀਵ ਰੂਪੀ ਇਸਤਰੀ ਜਿਹੜੀ ਹੈ, ਉਹ ਸੁਹਾਵਣੀ, ਸੋਹਣੀ, ਸੁਹਾਗਣਾ ਲੱਗਦੀ ਹੈ, ਜਿਹੜੀ ਹਰ ਵੇਲੇ ਆਪਣੇ ਪਤੀ ਦੇ ਨਾਲ ਪ੍ਰੇਮ ਦੇ ਵਿੱਚ ਉਹਦੇ ਜੋ ਉਹਦਾ ਹੁਕਮ ਹੈ, ਉਸ ਨੂੰ ਸਤ ਕਰਕੇ ਮੰਨਦੀ ਹੈ। ਔਰ ਉਸ ਪਤੀ ਨੂੰ, ਜਿਹੜਾ ਇੱਥੇ ਆਤਮਾ ਦੀ ਗੱਲ ਕੀਤੀ ਗਈ ਹੈ, ਆਤਮਾ ਜਿਸ ਵੇਲੇ ਇਦੂ ਚੀਜ਼ ਸੋਹਣੀ ਲੱਗਦੀ ਹੈ, ਪ੍ਰਵਾਨ ਹੋ ਜਾਂਦੀ ਪਤੀ ਪਰਮਾਤਮਾ ਨੂੰ, ਜਿਹੜੀ ਨਾਮ ਦੇ ਵਿੱਚ ਰੰਗੀ ਜਾਂਦੀ ਹੈ। ਮਹੱਲੀ ਮਹੱਲ ਬੁਲਾਈਐ, ਸੋ ਪਿਰ ਰਾਵੈ ਰੰਗ। ਜਿਹੜੀ ਉਹਦੇ ਨਾਮ ਦੇ ਵਿੱਚ ਰੰਗੀ ਗਈ, ਫਿਰ ਨਿਰੰਕਾਰ ਪਤੀ ਪਰਮਾਤਮਾ ਵੀ ਉਸ ਇਸਤਰੀ ਨੂੰ ਆਪਣੇ ਮਹੱਲ ਦੇ ਵਿੱਚ ਬੁਲਾ ਲੈਂਦਾ ਹੈ, ਤਾਂ ਉਹ ਸਦੀਵ ਕਾਲ ਵਾਸਤੇ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਦਿੰਦਾ ਹੈ। ਉਹ ਫਿਰ ਜਿਹੜੀ ਉੱਥੇ ਆਤਮਾ ਹੈ, ਉਹ ਹਰ ਵੇਲੇ ਆਨੰਦ ਦੇ ਵਿੱਚ ਹੀ ਰਹਿੰਦੀ ਹੈ। ਸੱਚ ਸੁਹਾਗਣ ਸਾਂ ਭਲੀ, ਪਿਰ ਮੋਹੀ ਗੁਣ ਸੰਗ। ਉਹੀ ਸੁਹਾਗਣ ਬਹੁਤ ਸੋਹਣੀ ਔਰ ਭਲੀ ਲੱਗਦੀ, ਚੰਗੀ ਲੱਗਦੀ ਹੈ, ਜਿਹੜੀ ਆਪਣੇ ਪਤੀ ਦੇ ਗੁਣਾਂ ਦੇ ਵਿੱਚ ਮੋਹੀ ਹੋਵੇ, ਪਤੀ ਦੇ ਹੁਕਮ ਦੇ ਵਿੱਚ ਮੋਹੀ ਹੋਵੇ, ਔਰ ਉਹ ਪਤੀ ਨੂੰ ਦੇਖ ਕੇ ਉਹਦੇ ਗੁਣ ਪਹਿਚਾਣ ਕੇ ਉਹਦੇ ਨਾਲ ਉਹਦਾ ਅਟੁੱਟ ਪ੍ਰੇਮ ਪਿਆਰ ਹੋਵੇ। ਹੁਣ ਇਹ ਦੇਖੋ ਤੁਸੀਂ, ਜਿਹੜੀਆਂ ਤਾਂ ਹੀ ਮਹਾਰਾਜ ਨੇ ਆਖਿਆ, ਸਿਆਣੇ ਵੀ ਕਹਿ ਦਿੰਦੇ ਨੇ, ਜੋੜੀਆਂ ਜਗ ਥੋੜੀਆਂ। ਮਹਾਰਾਜ ਨੇ ਨਹੀਂ ਆਖਿਆ, ਵੈਸੇ ਇਹ ਸਿਆਣੇ ਦਾ ਕਿਹਾ, ਜੋੜੀਆਂ ਜਗ ਜੋੜੀਆਂ ਥੋੜੀਆਂ, ਜੋੜੀਆਂ ਜਗ ਥੋੜੀਆਂ ਨਰੜ ਬਥੇਰੇ। ਔਰ ਇਹ ਜੋੜੀਆਂ ਬਹੁਤ ਘੱਟ ਹੁੰਦੀਆਂ ਨੇ ਸੰਸਾਰ ਦੇ ਉੱਤੇ। ਇੱਥੇ ਇੱਕ ਜਿਹੜੀ ਜੋੜੀ ਦੀ ਆਪਾਂ ਗੱਲ ਕਰਨੀ ਹੈ, ਉਹ ਕਰਨੀ ਵੀ ਜਿਹੜੀ ਸੁਹਾਗਣ ਵਾਹਿਗੁਰੂ ਪਤੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਜਿਹੜਾ ਜੀਵ ਚੱਲ ਰਿਹਾ। ਸਾਰੀ ਗੁਰਬਾਣੀ ਦੇ ਵਿੱਚ ਬਹੁਤਾ ਗਿਆਨ ਔਰਤ ਰੂਪੀ ਹੈ। ਜਿਹੜਾ ਜੀਵ ਨਿਰੰਕਾਰ ਦੇ ਗਿਆਨ ਨੂੰ ਤੋਂ ਗਿਆਨ ਲੈ ਕੇ ਉਹਦੇ ਹੁਕਮ ਦੇ ਵਿੱਚ, ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਭਾਈ, ਉਹੀ ਜਿਹੜੀ ਹੈ
ਉਹ ਪਤੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੀ ਰਹਿੰਦੀ ਉਸ ਨੂੰ ਉਹ ਪਿਆਰੀ ਲੱਗਣ ਜਾਂਦੀ ਹੈ ਔਰ ਉਹ ਮੋਹੀ ਜਾਂਦੀ ਆਪਣੇ ਪ੍ਰਮਾਤਮਾ ਦੇ ਗੁਣਾਂ ਦੇ ਉੱਤੇ। ਪੂਲੀ ਪੂਲੀ ਥਲ ਚੜ ਡੂਗਰ ਜਾਉ। ਉਸ ਗੁਰਾਂ ਦੇ ਪੁੱਛੇ ਤੋਂ ਬਗੈਰ, ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ, ਦੇਖ ਉਹਦੇ ਨਾਮ ਤੋਂ ਬਗੈਰ ਭਾਵੇਂ ਤੂੰ ਮਾਰੂ ਥਲਾਂ ਦੇ ਵਿੱਚ ਜਾ ਕੇ ਤੁਰਿਆ ਫਿਰ, ਚਾਹੇ ਤੂੰ ਪਹਾੜਾਂ ਦੀਆਂ ਚੋਟੀਆਂ ਤੇ ਚੜਿਆ ਜਾ। ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰਬੂਜ ਨ ਪਾਉ। ਭਾਵੇਂ ਜਾ ਕੇ ਜੰਗਲ 20 ਬਾਨਾਂ ਦੇ ਵਿੱਚ ਤੁਰਿਆ ਫਿਰ, ਜਿੱਦਾਂ ਭੁੱਲਿਆ ਹੋਇਆ ਬੰਦਾ ਸੰਸਾਰ ਦੇ ਉੱਤੇ, ਜਿਹਨੂੰ ਕੋਈ ਰਾਸਤੇ ਦਾ ਨਾਂ ਪਤਾ ਹੋਵੇ, ਇਸ ਤਰ੍ਹਾਂ ਭੁੱਲਿਆ ਹੋਇਆ ਤੁਰਿਆ ਫਿਰਦਾ ਹੋਵੇ, ਤੂੰ ਵੀ ਇਸੇ ਤਰ੍ਹਾਂ ਭੁੱਲੀ ਫਿਰੇ। ਪਰ ਜਿੰਨਾ ਚਿਕਰ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦਾ ਤੈਨੂੰ ਗਿਆਨ ਨਹੀਂ ਹੁੰਦਾ, ਉਹਨਾਂ ਚਿਕਰ ਭਾਈ ਤੂੰ ਭੁੱਲਣ ਦੇ ਉੱਤੋਂ, ਭਟਕਣਾ ਦੇ ਉੱਤੋਂ ਕੋਈ ਨਹੀਂ ਰੁਕ ਸਕਦੀ, ਤੇਰੀ ਭਟਕਣਾ ਨਹੀਂ ਸਕਦੀ। ਗੁਰੂ ਤੋਂ ਬਗਿਆਨ, ਗੁਰੂ ਦੇ ਗਿਆਨ ਤੋਂ ਬਗੈਰ ਸੱਚੇ ਪਤੀ ਦਾ ਸਾਨੂੰ ਗਿਆਤ ਨਹੀਂ ਹੁੰਦਾ। ਨਾਵੋਂ ਭੂਲੀ ਜੇ ਫਿਰਾਂ ਫਿਰ ਆਵੋਂ ਜਾਉ। ਜਿਹੜੀ ਇਸਤਰੀ ਜਾਂ ਜਿਹੜੀ ਆਤਮਾ ਇਦੂ ਸੰਸਾਰ ਦੇ ਉੱਤੇ, ਜਾਂ ਜਿਹੜਾ ਜੀਵ ਨਾਮ ਤੋਂ ਭੁੱਲਿਆ ਹੋਇਆ ਹੈ, ਜਿਹੜਾ ਮਨਮੁਖਾਂ ਵਾਲਾ ਜੀਵਨ ਬਤੀਤ ਕਰ ਰਿਹਾ, ਉਹਨੂੰ ਫਿਰ ਮੁੜ ਕੇ ਇਦੂ ਸੰਸਾਰ ਦੇ ਉੱਤੇ ਆਉਣਾ ਜਾਣਾ ਉਹਦਾ ਬਣਿਆ ਰਹਿੰਦਾ ਹੈ। ਕਿਥੋਂ ਸਤਿਗੁਰ ਕਹਿੰਦੇ ਨੇ ਵੀ ਉਹ ਜੰਮਦਾ ਤੇ ਮਰਦਾ, 84 ਦਾ ਗੇੜ ਉਹਦਾ ਖਤਮ ਨਹੀਂ ਹੁੰਦਾ। ਪੁੱਛੋ ਜਾਏ ਪਦਾਊਆ ਚੱਲੇ ਚਾਕਰ ਹੋਏ। ਜਾਂ ਜੇ ਤੈਨੂੰ ਅਜੇ ਨਹੀਂ ਤੇ ਜਾ ਕੇ ਤੂੰ ਉਹ ਪਦਾਊਆ ਕਹਿੰਦੇ ਨੇ ਜਿਹੜੇ ਇਦੂ ਰਾਹ ਦੇ ਉੱਤੇ ਤੁਰਨ ਵਾਲੇ ਮਹਾਤਮਾ ਨੇ, ਜਾਂ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਲਾ, ਉਹਨਾਂ ਦੇ ਕੋਲੋਂ ਪੁੱਛ ਲਾ ਵੀ ਤੁਸੀਂ ਕਿਸ ਤਰ੍ਹਾਂ ਦੇ ਚਾਕਰ, ਕਿਸ ਤਰ੍ਹਾਂ ਦੇ ਦਾਸ ਹੋਣੇ। ਚਾਕਰ ਨੌਕਰ ਨੂੰ ਵੀ ਕਹਿੰਦੇ ਨੇ। ਕਿਸ ਤਰ੍ਹਾਂ ਦੇ ਤੁਸੀਂ ਦਾਸ ਬਣੇ ਹੋ, ਔਰ ਉਹ ਦਾਸ ਬਣ ਕੇ ਤੁਸੀਂ ਕਿਸ ਤਰ੍ਹਾਂ ਪ੍ਰਭੂ ਦੇ ਰਾਸਤੇ ਦਾ ਗਿਆਨ ਪ੍ਰਾਪਤ ਕੀਤਾ, ਜਿਸ ਰਾਸਤੇ ਦੇ ਉੱਤੇ ਤੁਸੀਂ ਚੱਲ ਰਹੇ ਹੋ। ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ। ਜਿਹੜਾ ਉਹ ਰਾਜਨ ਜਾਣੇ ਆਪਣਾ, ਰਾਜਨ ਕਹਿੰਦੇ ਨੇ ਪ੍ਰਮਾਤਮਾ ਨੂੰ। ਉਹ ਜਿਹੜੇ ਚਾਕਰ ਨੇ, ਜਿਹੜੇ ਮਹਾਤਮਾ ਨੇ, ਜਿਹੜੇ ਸਹੀ ਮਾਰਗ ਦੇ ਉੱਤੇ ਚੱਲ ਰਹੇ ਨੇ, ਜਿਨ੍ਹਾਂ ਬਾਰੇ ਸਤਿਗੁਰੂ ਕਹਿੰਦੇ ਨੇ ਜਾ ਉਹਨਾਂ ਦੇ ਕੋਲੋਂ ਪੁੱਛਦਾ ਤੂੰ ਜਾ ਕੇ। ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਪਣਾ ਜਾਣਦੇ ਨੇ। ਉਹਨਾਂ ਨੇ ਗਿਆਨ ਲਿਆ, ਗਿਆਨ ਨੂੰ ਉਸ ਗਿਆਨ ਦੇ ਉੱਚੋਂ ਉਹਨਾਂ ਨੇ ਨਾਮ ਪ੍ਰਗਟ ਕੀਤਾ। ਨਾਮ ਪ੍ਰਗਟ ਕਰਕੇ ਨਿਰੰਕਾਰ ਦੇ ਕੋਲੋਂ ਮਾਰਗ ਜਿਹੜਾ ਸਹੀ ਸੀ ਉਹਦਾ ਪਤਾ ਲੱਗ ਗਿਆ, ਸੱਚੇ ਮਾਰਗ ਦਾ ਪਤਾ ਲੱਗ ਗਿਆ ਉਹਨਾਂ ਨੂੰ। ਭਾਵੇਂ ਉਹ ਮਾਰਗ ਬੜਾ ਕਠਿਨ, ਮਹਾਰਾਜ ਤਾਂ ਹੀ ਕਹਿੰਦੇ ਨੇ ਖੰਡਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਭਾਈ ਇਹਦੂ ਮਾਰਗ ਤੋਂ ਤੇ ਚੱਲਦਾ, ਪਰ ਚੱਲਦਾ ਕੋਈ ਵਿਰਲਾ ਹੀ ਹੈ। ਪਰ ਜਿਹੜੇ ਇਹਦੂ ਰਾਹ ਦੇ ਉੱਤੇ ਚੱਲ ਜਾਂਦੇ ਨੇ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਦਾ ਅੰਚਲ ਆਪ ਫੜ ਲੈਣੇ, ਆਪਣੀ ਬਾਹ ਉਹਨੂੰ ਫੜਾ ਦਿੰਦੇ ਨੇ, ਰਾਜਨ ਨੂੰ ਸੱਚੇ ਰਾਜੇ ਦੇ ਦੱਸੇ ਹੋਏ ਉਪਦੇਸ਼ ਦੇ ਚੱਲਦੇ ਨੇ, ਉਹਨਾਂ ਨੂੰ ਉਹਦੇ ਘਰ ਦੇ ਵਿੱਚ ਜਾਣ ਦੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਰੋਕ ਠੋਕ ਨਹੀਂ ਲੱਗਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ ਉਹ ਨਿਜ ਘਰ ਦੇ ਵਿੱਚ ਜਾਣ ਲਈ। ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨ ਕੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਸ਼ਚੇ ਕਰ ਜਾਣ ਇਦੂ ਚੀਜ਼ ਨੂੰ, ਭਰੋਸਾ ਰੱਖ, ਕਹਿੰਦੇ ਜੋ ਮੈਂ ਆਖ ਰਿਹਾ ਕਿ ਉਹ ਹਰ ਇੱਕ ਦੇ ਵਿੱਚ ਰਵਿਆ ਹੋਇਆ, ਸਰਵ ਵਿਆਪਕ ਹੈ। ਹਰ ਇੱਕ ਦੇ ਅੰਦਰ ਉਹਦੀ ਹੀ ਜੋਤ ਕੰਮ ਕਰ ਰਹੀ ਹੈ, ਹਰ ਇੱਕ ਦੇ ਅੰਦਰ ਉਹਦਾ ਹੀ ਹੁਕਮ ਚੱਲ ਰਿਹਾ ਹੈ, ਹਰ ਇੱਕ ਦੇ ਅੰਦਰ ਉਸ ਦੇ ਉਹ ਜਿਹੜਾ ਜੀਵ ਹੈ ਉਹਦੇ ਹੀ ਨਿਜ ਬਣਾਏ ਹੋਏ ਨੇ, ਉਹਨਾਂ ਦੇ ਉੱਤੇ ਚੱਲ ਰਿਹਾ, ਤੇ ਹਰ ਕੋਈ ਉਹਦੇ ਭਾਣੇ ਦੇ ਵਿੱਚ ਹੀ ਚੱਲ ਰਿਹਾ ਹੈ। ਦੂਜਾ ਆਵਰਨਾ ਕੋਈ, ਉਹ ਤੋਂ ਬਗੈਰ ਕੋਈ ਹੋਰ ਨਹੀਂ ਜਿਹੜਾ ਕਿ ਇਹ ਹੁਕਮ ਭਾਣਾ ਤੇ ਰਜ਼ਾ ਦੇ ਸਕੇ। ਸ੍ਰੀ ਰਾਗ ਮਹਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ। ਇੱਥੇ ਸਤਿਗੁਰ ਕਹਿੰਦੇ ਨੇ ਗੁਰ ਤੇ ਨਿਰਮਲ ਜਾਣੀਏ, ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਜਾਣੀਏ। ਆਪਾਂ ਪਹਿਲਾਂ ਗਿਆਨ ਸਤਿਗੁਰ ਦਾ ਹਾਸਲ ਕਰੀਏ। ਜਦੋਂ ਅਸੀਂ ਉਹ ਗਿਆਨ ਨੂੰ ਹਾਸਲ ਕਰ ਲਿਆ, ਉਪਦੇਸ਼ ਨੂੰ ਜਾਣ ਲਿਆ, ਤਾਂ ਇਹ ਜਿਹੜਾ ਸਾਡਾ ਸਰੀਰ ਹੈ ਭਾਈ ਇਹ ਨਿਰਮਲ ਹੋ ਜਾਂਦਾ, ਨਿਰਮਲ ਪਵਿੱਤਰ ਹੋ ਜਾਂਦਾ। ਔਰ ਜਦੋਂ ਪਵਿੱਤਰ ਕਿੱਦਾਂ ਹੁੰਦਾ, ਜਦੋਂ ਸਤਿਗੁਰ ਦੇ ਗਿਆਨ ਨੂੰ ਅਸੀਂ ਇਦੂ ਸਰੀਰ ਤੇ ਇੰਪਲੀਮੈਂਟ ਕਰ ਦਿੰਦੇ ਆ, ਲਾਗੂ ਕਰ ਦਿੰਦੇ ਆ। ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ। ਉਹ ਨਿਰਮਲ ਵਾਹਿਗੁਰੂ ਸੱਚਾ, ਨਿਰਮਲ ਜਿਹੜਾ ਕਿ ਬਹੁਤ ਪਵਿੱਤਰ ਹੋਵੇ, ਉਸ ਨੂੰ ਕਿਹਾ ਬੇਦਾਗ,
ਕਹਿੰਦੇ ਉਹ ਜਿਹੜਾ ਸ਼ੁੱਧ ਸਰੂਪ ਵਾਲਾ ਵਾਹਿਗੁਰੂ ਮਨ ਦੇ ਵਿੱਚ ਵਸ ਜਾਵੇ ਨਾ ਭਾਈ, ਫਿਰ ਵਿਛੋੜਾ ਨਹੀਂ ਹੁੰਦਾ, ਫਿਰ ਵਿਛੋੜਾ ਹੁੰਦਾ ਹੀ ਨਹੀਂ, ਫਿਰ ਸੁੱਖ ਵੀ ਸਾਰੇ ਪ੍ਰਾਪਤ ਹੋ ਜਾਂਦੇ ਨੇ। ਜਦੋਂ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਉਦੋਂ ਫਿਰ ਭਾਈ ਜਿੰਨੀਆਂ ਵੀ ਪੀੜਾ ਨੇ ਸਾਨੂੰ ਸਾਡੇ ਭਰਮ ਨੇ, ਸਾਡੇ ਜਿਹੜੇ ਕੀਤੇ ਹੋਏ ਜਨਮੰਤਰਾਂ ਦੀ ਮੈਲ ਲੱਗੀ, ਉਹ ਸਾਰੀ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਖਤਮ ਕਰ ਦਿੰਦੇ ਹਨ। ਸਹਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਇੱਥੇ ਜਿਹੜਾ ਸਹਿਜ ਆਖਿਆ ਮਾਰਕ ਨੇ ਉਹ ਗਿਆਨ ਦੀ ਗੱਲ ਕੀਤੀ ਹੈ। ਕਹਿੰਦੇ ਜਿਹੜੇ ਗਿਆਨ ਨੂੰ ਹਾਸਲ ਕਰਕੇ ਉਹ ਗਿਆਨ ਦੇ ਰਾਹੀਂ ਜਿਹੜਾ ਉਹਨਾਂ ਨੇ ਮਾਰਗ ਚੁਣ ਲਿਆ ਸੱਚੇ ਘਰ ਦਾ, ਥਿਰ ਘਰ ਦਾ, ਉਹਦੇ ਉੱਤੇ ਜਦੋਂ ਚੱਲਦੇ ਨੇ ਨਾ ਤਾਂ ਉਹ ਸੰਸਾਰ ਦੇ ਉੱਤੇ ਇਹ ਆਪਣਾ ਜੀਵਨ ਨੂੰ ਸਫਲ ਕਰ ਲੈਂਦੇ ਨੇ। ਸੁਖ ਅਗਲੋ ਤੇ ਕਹਿੰਦੇ ਵੀ ਉਹਨਾਂ ਨੂੰ ਇੱਥੇ ਤਾਂ ਸੁਖ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਪਿਆਰੇ ਬਣਾ ਕੇ ਸੁੱਖਾਂ ਦੇ ਖਜ਼ਾਨਿਆਂ ਦੇ ਵਿੱਚੋਂ ਸੁਖ ਦਿੰਦੇ ਹੀ ਹਨ। ਕਹਿੰਦੇ ਅੱਗੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸੁਖ ਪ੍ਰਾਪਤ ਹੋਣਗੇ। ਉਦੋਂ ਜਗ੍ਹਾ ਦੇ ਉੱਤੇ ਕਹਿੰਦੇ ਜਿਹੜੇ ਉੱਥੇ ਜੰਮ ਬੈਠੇ ਨੇ ਉਹਨਾਂ ਵੱਲੋਂ ਛੱਡੇ ਹੋਏ ਤੀਰ ਤੋਂ ਮਤਲਬ ਕਿ ਉਹਨਾਂ ਦੇ ਜਿਹੜੇ ਦੂਤ ਰੱਖੇ ਹੋਏ ਨੇ ਉਹ ਫਿਰ ਇਸ ਜੀਵ ਨੂੰ, ਇਸ ਆਤਮਾ ਨੂੰ ਕੁਝ ਨਹੀਂ ਕਰ ਸਕਦੇ। ਸੋ ਉਹ ਜਿਹੜੇ ਵੱਖਰੀਆਂ ਆਣ ਕੇ ਕੋਈ ਵਸਤੂ ਆਣਗੇ ਮਾਇਆ ਦੇ ਬੜੇ ਵੱਖਰੇ ਰੂਪ ਆਪਾਂ ਅੱਗੇ ਗਿਣ ਚੁੱਕੇ ਹਾਂ, ਉਹ ਫਿਰ ਤੀਰ ਹੀ ਸਮਝ ਲਓ ਵੀ ਇਹਨਾਂ ਜਮਾਂ ਵੱਲੋਂ ਜਿਹੜੇ ਤੀਰ ਛੱਡੇ ਜਾਣਗੇ ਉਸ ਗੁਰਮੁਖ ਪਿਆਰੇ ਨੂੰ ਇਹ ਕਦੀ ਵੀ ਕੋਈ ਦੁੱਖ ਨਹੀਂ ਪਹਿਚਾਨ ਸਕਣਗੇ। ਪਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ। ਇਸ ਸੰਸਾਰ ਦੇ ਜੀਵੋ ਮੇਰੇ ਮਿੱਤਰੋ ਭਾਈਓ, ਉਹ ਜਿਹੜੇ ਨਿਰਮਲ ਜਲ ਦੇ ਵਿੱਚ ਨਹਾਉਂਦੇ ਨੇ, ਨਿਰਮਲ ਜਲ ਦੀ ਗੱਲ ਜਿਹੜਾ ਕਿ ਆਪਾਂ ਪਤਾ ਵੀ ਜਿਹੜਾ ਸਾਡੇ ਅੰਦਰ ਕੌਲ ਹੈ, ਉਹ ਜਿਹੜਾ ਜਿਸ ਨੂੰ ਅਸੀਂ ਨਾਭੀ ਦੇ ਥੱਲੇ ਕਹਿੰਦੇ ਹਾਂ, ਉਹ ਕੌਲ ਪੁੱਠਾ ਹੈ। ਪੁੱਠਾ ਇਸ ਹੋਣ ਕਾਰਨ ਕਰਕੇ ਜਿਹੜਾ 10ਵੇਂ ਦਵਾਰ ਦੇ ਵਿੱਚੋਂ ਅੰਮ੍ਰਿਤ ਨਿਰੰਕਾਰ ਜੀ ਕਿਰਪਾ ਕਰ ਰਹੇ ਨੇ, ਮਿਹਰਾਂ ਦਾ ਅੰਮ੍ਰਿਤ ਬਖਸ਼ਿਸ਼ ਕਰ ਰਹੇ ਨੇ, ਉਹ ਭਾਈ ਅਜਾਈਂ ਡੁੱਲੀ ਜਾ ਰਿਹਾ ਹੈ। ਜਦੋਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ, ਗਿਆਨ ਦੇ ਨਾਲ, ਜਦੋਂ ਸਤਿਗੁਰ ਦੇ ਜਨ ਬਣ ਗਏ, ਮੈਂ ਮੇਰੀ ਹੰਤਾ ਮਮਤਾ ਸਭ ਕੁਝ ਖਤਮ ਹੋ ਗਿਆ, ਸਾਰੇ ਉਹ ਪਾਪਾਂ ਵਾਲੇ ਤੱਤ, ਸਾਰੇ ਵਿਕਾਰੀ ਤੱਤ ਅਸੀਂ ਕਾਬੂ ਕਰ ਲਏ, ਉਹ ਫਿਰ ਉਹ ਨਿਰੰਕਾਰ ਦੇ ਮੂਹਰੇ ਅਰਦਾਸੀਏ ਬਣ ਗਏ। ਅਸੀਂ ਨਿਤ ਸਤਿਗੁਰ ਦੇ ਮੂਹਰੇ ਆ ਕੇ ਢਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਬੰਦਗੀ ਦੇ ਮਾਰਗ ਦੇ ਉੱਤੇ ਤੁਰਿਆਂ ਦੇ ਤੇ ਇਹ ਜਿਹੜੇ ਸਾਡੇ ਸ਼ੁਭ ਕਰਮ ਨੇ ਉਹਨਾਂ ਨੂੰ ਪ੍ਰਵਾਨ ਕਰ ਲੈਂਦੇ ਨੇ। ਇਹ ਕੌਲ ਦਾ ਫੁੱਲ ਜਿਹੜਾ ਹੈ, ਜਿਹੜਾ ਇਹ ਬਾਟਾ, ਇਹ ਸਿੱਧਾ ਹੋ ਜਾਂਦਾ। ਜਦੋਂ ਇਹ ਸਿੱਧਾ ਹੋ ਜਾਂਦਾ, ਇਹਦੇ ਵਿੱਚ 10ਵੇਂ ਦਵਾਰ ਦੇ ਵਿੱਚੋਂ ਜਿਹੜਾ ਅੰਮ੍ਰਿਤ ਪੈਂਦਾ, ਉਹ ਵੀ ਸਾਰੇ ਇੰਦਰੇ, ਸਾਡੇ ਗਿਆਨ ਦੇ ਇੰਦਰੇ ਵੀ, ਸਾਰੇ ਸਰੀਰ ਦੇ ਇੰਦਰੇ ਜਿਹੜੇ ਉਹਨੂੰ ਚੱਖਣ ਲੱਗ ਪੈਂਦੇ ਨੇ। ਤਾਂ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਤਾਂ ਕਹਿੰਦੇ ਨੇ ਭਈ ਜਦੋਂ ਪਈ ਤੇਰੀ ਆਤਮਾ, ਤੇਰਾ ਮਨ, ਤੇਰੀ ਚੇਤਨਾ ਇਹ ਇੱਕ ਰੂਪ ਹੋ ਕੇ ਉਹ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰਨ ਲੱਗ ਪਏ, ਫਿਰ ਤੈਨੂੰ ਕਿਸੇ ਤਰ੍ਹਾਂ ਦੀ ਪਾਪਾਂ ਦੀ ਮੈਲ ਨਹੀਂ ਲੱਗੇਗੀ। ਨਿਰਮਲ ਸਾਚਾ ਏਕ ਤੂੰ ਹੋਰ ਮੈਲ ਪਰੀ ਸਭ ਜਾਏ। ਇਹ ਨਿਰੰਕਾਰ ਜੀ ਤੁਸੀਂ ਹੋ, ਨਿਸ਼ਚੈ ਕਰ ਜਾਣੋ, ਕਹਿੰਦੇ ਯਕੀਨ ਕਰਕੇ ਜਾਣੋ, ਉਹ ਸੱਚਾ ਵਾਹਿਗੁਰੂ ਹੀ ਹਰ ਇੱਕ ਨੂੰ ਨਿਰਮਲ ਕਰ ਸਕਦਾ ਹੈ। ਉਹੀ ਨਿਰਮਲ ਕਰਨ ਦੇ ਆਪ ਖੁਦ ਨਿਰਮਲ ਹੈ, ਦੂਸਰਿਆਂ ਨੂੰ ਉਹ ਨਿਰਮਲ ਹੋਣ ਦਾ ਗਿਆਨ ਦੇਣ ਵਾਲਾ ਵਾਹਿਗੁਰੂ ਨਿਰੰਕਾਰ ਆਪ ਹੀ ਹੈ। ਤੇ ਬਾਕੀ ਜਿੰਨੇ ਵੀ ਨੇ ਹੋਰ ਸਾਰੀਆਂ ਜਗ੍ਹਾ ਜਿਹੜੀਆਂ ਨੇ, ਹੋਰ ਸਾਰੀਆਂ ਮੈਲ ਦੀਆਂ ਭਰੀਆਂ ਹੋਈਆਂ ਨੇ। ਇੱਕ ਵਾਰੀ ਮੈਨੂੰ ਚੇਤਾ, ਮੈਂ ਜਦੋਂ ਆਪਾਂ ਦੇਖਦੇ ਨਾ ਸੰਸਾਰ ਨੂੰ, ਇਹ ਕਿਹੜੇ ਰੂਪ ਦੇ ਵਿੱਚ ਹੈ, ਇਸ ਸੰਸਾਰ ਦੇ ਉੱਤੇ ਸਾਨੂੰ ਹੁਣ ਤਾਂ ਚਲੋ ਬਹੁਤ ਕੋਸ਼ਿਸ਼ ਹੀ ਨਹੀਂ ਅਸੀਂ ਕਰਦੇ ਵੀ ਜਿਹੜੇ ਇਹ ਰਾਹ ਦੇ ਉੱਤੇ ਸੱਚੇ ਮਾਰਗ ਦੇ ਉੱਤੇ ਚੱਲ ਰਹੇ ਨੇ ਵੀ ਅਸੀਂ ਉਹਨਾਂ ਨੂੰ ਟੋਲੀਏ, ਕਿਉਂਕਿ ਸਾਰਿਆਂ ਨੂੰ ਆਪਾਂ ਇੱਕੋ ਰੱਸੇ ਬੰਨੇ ਜਾਂਦੇ ਹੁੰਦੇ ਆ। ਤਾਂ ਇਸੇ ਤਰ੍ਹਾਂ ਕੀ ਹੋਇਆ, ਇੱਕ ਵਾਰ ਨਾ ਦਿਖਾਵੇ ਵਾਲੇ ਜੀਵ ਜਿਹੜੇ ਸਨ ਤੁਰੇ ਜਾ ਰਹੇ ਨੇ, ਮਹਾਤਮਾ ਜੀ ਨਾਲ ਉਹਦੇ ਸ਼ਿਸ਼ ਜਾਂ ਸੇਵਾਦਾਰ ਤੁਰੇ ਜਾਂਦੇ ਨੇ। ਅਸਲ ਵਿੱਚ ਇਹ ਜਿਹੜੀ ਸਾਖੀ ਮੈਂ ਅੱਗੇ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ, ਜਦੋਂ ਪਹਿਲਾਂ ਆਪਾਂ ਪੰਜਾਂ ਬਾਣੀਆਂ ਦਾ ਵਿਚਾਰ ਕੀਤੀ ਸੀ ਨਿਰੰਕਾਰ ਦੀ ਕਿਰਪਾ ਦੇ ਨਾਲ। ਮੈਂ ਇਹਦੇ ਵਿੱਚ ਤਾਂ ਤੁਹਾਨੂੰ ਇਹਦੀ ਯਾਦ ਦੇਣ ਲੱਗਾ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਤਾਂ ਹੀ ਹੋ ਸਕੀਆਂ ਜਦੋਂ ਅੰਦਰੋਂ ਤੇਰੇ ਹੋ
ਹੰਗਤਾ ਮਮਤਾ ਹਉਮੈ ਦਾ ਰੋਗ ਦੂਰ ਖਤਮ ਹੋ ਗਿਆ। ਇਸ ਸੰਸਾਰ ਦੇ ਉੱਤੇ ਮੈਂ ਵੀ ਦੇਖ ਰਿਹਾ, ਤੁਸੀਂ ਵੀ ਦੇਖ ਰਹੇ ਹੋ, ਬਹੁਤ ਘੱਟ ਨੇ, ਕੋਈ ਵਿਰਲੇ ਨੇ ਜਿਨ੍ਹਾਂ ਨੇ ਇਹ ਹਉਮੈ ਨੂੰ ਤੇ ਕ੍ਰੋਧ ਨੂੰ ਹੰਕਾਰ ਨੂੰ ਕਾਬੂ ਕਰ ਲਿਆ। ਕਹਿੰਦੇ ਉਹ ਜਾ ਰਿਹਾ, ਨਾਲ ਉਹਦੇ ਸ਼ਿਸ਼ ਤੁਰੇ ਜਾ ਰਹੇ ਨੇ। ਇੱਕੋ ਗਲੀ ਦੇ ਵਿੱਚ ਮੋਹਰੇ ਕੁੱਤਾ ਆ ਗਿਆ। ਉਹ ਜਦੋਂ ਕੁੱਤਾ ਆ ਗਿਆ ਨਾ ਤਾਂ ਉਹ ਦੇਖ ਰਿਹਾ ਵੀ ਮੇਰਾ ਜਿਹੜਾ ਅੰਚਲ ਹੈ, ਜਿਹੜਾ ਮੇਰਾ ਚੋਲਾ ਹੈ, ਇਹ ਕਿਤੇ ਕੁੱਤੇ ਨੂੰ ਲਾ ਕੇ ਮੈਲਾ ਨਾ ਹੋ ਜਾਵੇ। ਤੇ ਬੜਾ ਹਿਸਾਬ ਜਿਹਦੇ ਨਾਲ ਕੁੱਤੇ ਦੇ ਕੋਲ ਦੀ ਲੰਘਦਾ ਤੇ ਕੁੱਤੇ ਨੂੰ ਦੇਖਦਾ ਬੜਾ ਭਿਆਨਕ ਰੂਪ ਦੇ ਵਿੱਚ, ਜਿਹੜਾ ਆਪਣੇ ਆਪ ਨੂੰ ਸਾਧੂ ਮਹਾਤਮਾ ਕਹਾਉਣ ਵਾਲਾ ਸੀ। ਤੇ ਜੋ ਕੁੱਤੇ ਨੇ ਫਿਰ ਜਦੋਂ ਲੰਘ ਗਿਆ ਕੋਲ ਦੀ ਤਾਂ ਉਹਨੇ ਫਿਰ ਆਵਾਜ਼ ਮਾਰੀ ਉਹਨੂੰ, ਆਖਣ ਲੱਗਾ ਗੱਲ ਸੁਣ, ਠਹਿਰ ਜਾ ਇੱਥੇ ਇੱਕ ਮਿੰਟ। ਕਹਿੰਦੇ ਤੂੰ ਆਪਣੇ ਆਪ ਨੂੰ ਕਹਿਣਿਆ ਮੈਂ ਵੀ ਨਾਤਾ ਧੋਤਾ, ਭਾਵੇਂ ਠੀਕ ਆ ਮੇਰੀ ਵੀ ਪਰਮਾਤਮਾ ਨੇ ਇਸ ਤਰ੍ਹਾਂ ਜੂਨ ਬਣਾ ਦਿੱਤੀ ਆ, ਪਰ ਹੋ ਸਕਦਾ ਮੈਂ ਤੇਰੇ ਨਾਲੋਂ ਨਿਰਮਲ ਜ਼ਿਆਦਾ ਹੋਵਾਂ। ਉਹ ਆਖਣ ਲੱਗਾ ਹੋ ਸਕਦਾ ਕਿ ਤੂੰ ਮੇਰੇ ਨਾਲੋਂ ਨਿਰਮਲ ਜ਼ਿਆਦਾ ਹੋਵੇ? ਕਹਿੰਦੇ ਮੈਂ ਤੇਰੇ ਨਾਲ ਹੋ ਨਹੀਂ ਸਕਦਾ, ਮੈਂ ਤੇਰੇ ਨਾਲੋਂ ਜ਼ਿਆਦਾ ਨਿਰਮਲ ਹੈ, ਪਵਿੱਤਰ ਹੈ ਮੇਰਾ, ਮੈਂ ਤੇਰੇ ਨਾਲ ਪਵਿੱਤਰ ਹਾਂ। ਉਹ ਦੱਸਦਾ ਕਹਿੰਦੇ ਵੀ ਦੇਖ ਮੈਂ ਇਸ਼ਨਾਨ ਪਾਨ ਕਰਕੇ ਆਇਆ, ਇਹ ਜਿਹੜਾ ਮਹਾਤਮਾ ਦਾ ਮੈਂ ਸੋਹਣੇ ਸੋਹਣੇ ਕੱਪੜੇ ਸਾਫ ਸੁਥਰੇ ਪਾ ਕੇ ਜਾ ਰਿਹਾ ਹਾਂ ਧਰਮਸ਼ਾਲਾ ਨੂੰ, ਤੂੰ ਕਹਿੰਦਾ ਮੇਰੇ ਤੋਂ ਜ਼ਿਆਦਾ ਪਵਿੱਤਰ ਹੋਇਆ। ਕਹਿੰਦਾ ਜਿਹੜਾ ਤੇਰੇ ਅੰਦਰ ਹੈ ਉਸ ਨੂੰ ਤੂੰ ਖਤਮ ਨਹੀਂ ਕੀਤਾ। ਕਹਿੰਦੇ ਦੇਖ ਉੱਥੇ ਵੀ ਕਿਸੇ ਨੇ ਇੱਕ ਕਲਾਮ ਲਿਖੀ, ਕਹਿੰਦੇ ਫੁੱਲਾਂ ਦਾ ਤੂੰ ਅਤਰ ਬਣਾ। ਕਹਿੰਦੇ ਦੇਖ ਓਏ ਮਹਾਤਮਾ, ਪਹਿਲਾਂ ਲੈ ਲਾ ਸਾਰੇ ਸੰਸਾਰ ਦੇ ਫੁੱਲ, ਉਹਨਾਂ ਦਾ ਅਤਰ, ਉਹਨਾਂ ਦੇ ਵਿੱਚੋਂ ਖੁਸ਼ਬੂ ਕੱਢ ਲਾ, ਉਹਨਾਂ ਦਾ ਰਸ ਕੱਢ ਲਾ। ਕਹਿੰਦੇ ਫੁੱਲਾਂ ਦਾ ਤੂੰ ਅਤਰ ਬਣਾ, ਅਤਰ ਦਾ ਤੂੰ ਦਰਿਆ ਚਲਾ। ਕਹਿੰਦੇ ਵੀ ਇੰਨਾ ਇਕੱਠਾ ਕਰ ਲਾ ਵੀ ਦਰਿਆ ਹੀ ਚਲਾ ਲਾ, ਦਰਿਆ। ਫਿਰ ਕਹਿੰਦੇ ਦਰਿਆ ਦੇ ਵਿੱਚ ਤੂੰ ਡੁਬਕੀਆਂ ਲਾ, ਬਾਰ-ਬਾਰ ਚੁੱਭੇ ਲੈਣੇ। ਕਹਿੰਦੇ ਡੁਬਕੀਆਂ ਲਾ, ਫੇਰ ਵੀ ਤੇਰੀ ਬੋ ਨਹੀਂ ਮੁੱਕਣੀ। ਕਹਿੰਦੇ ਕੁੱਤਾ ਕਹਿੰਦਾ ਉਹਨੂੰ, ਕਹਿੰਦਾ ਮੇਰਾ ਯਕੀਨ ਕਰ, ਫੇਰ ਵੀ ਤੇਰੀ ਬੋ ਨਹੀਂ ਮੁੱਕਣੀ। ਪਹਿਲੋਂ ਆਪਣੀ ਮੈਂ ਮਟਾ। ਕਹਿੰਦੇ ਜੇ ਤੂੰ ਜਾ ਰਿਹਾ ਧਰਮਸ਼ਾਲਾ ਵੱਲ ਨੂੰ, ਪਹਿਲਾਂ ਅੰਦਰੋਂ ਮੈਂ ਮਟਾ, ਹਉਮੈ ਮਟਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਕਰਕੇ ਕਹਿੰਦੇ ਨੇ ਵੀ ਭਾਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਣ। ਆਪਣੇ ਆਪ ਨੂੰ ਜਿਸ ਵੇਲੇ ਤੂੰ ਪਹਿਚਾਣ ਲਵੇਂਗਾ, ਆਪਣੇ ਔਗਣਾਂ ਨੂੰ ਤੂੰ ਪਹਿਚਾਣ ਲੱਗਿਆ, ਦੂਸਰਿਆਂ ਦੇ ਔਗਣ ਦੱਸਣ ਤੋਂ ਪਹਿਲਾਂ ਆਪਣੇ ਔਗਣ ਕਹਿਣੇ ਨੇ ਸ਼ੁਰੂ ਕਰ ਦੇਗਾ, ਉਹਨਾਂ ਨੂੰ ਖਤਮ ਕਰੇਗਾ। ਫੇਰ ਤੇਰੀ ਜਿਹੜੀ ਇਹ ਕਾਇਆ ਹੈ, ਸਰੀਰ ਕਾਇਆ, ਇਹ ਨਿਰਮਲ ਹੋਵੇਗਾ। ਗਾਂ ਕਿਰਪਾ ਕਰੋ ਇੱਕ ਵਾਰੀ ਫੇਰ ਬਚਨ ਪੜਿਓ। ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ। ਫਿਰ ਇਹ ਜਿਹੜਾ ਜੀਵ ਏਦੂ ਰੂਪ ਦੇ ਵਿੱਚ ਆ ਜਾਂਦਾ, ਜਿਹੜਾ ਸ਼ਬਦ ਦੇ ਵਿੱਚ ਅਭੇਦ ਹੋ ਜਾਂਦਾ, ਉਹ ਵੀ ਕਹਿੰਦਾ ਕਿ ਇਹ ਅਕਾਲ ਪੁਰਖ ਨਿਰਮਲ ਸੱਚੇ ਤੁਸੀਂ ਹੀ ਹੋ। ਬਾਕੀ ਹੋਰ ਸਾਰੇ ਸਥਾਨ ਜਿਹੜੇ ਮੈਲ ਦੇ ਭਰੇ ਹੁੰਦੇ ਨੇ। ਦੂਜੇ ਰੂਪ 'ਚ ਦੇਖਣਾ, ਨਿਰਮਲ ਸੱਚਾ ਏਕ ਤੂੰ, ਇਹ ਅਕਾਲ ਪੁਰਖ ਤੇਰੀ ਇੱਕ ਦੀ ਪਿਆਰੀ ਹੋਈ ਸੰਗਤ, ਪਿਆਰੀ ਸੰਗਤ, ਜਿੱਥੇ ਤੇਰੇ ਇੱਕ ਨਾਮ ਦੀ ਵਰਖਾ ਹੋ ਰਹੀ, ਉਹੀ ਸਥਾਨ ਸਭ ਤੋਂ ਪਵਿੱਤਰ ਹੈ। ਬਾਕੀ ਸਾਰੇ ਸਥਾਨ ਜਿਹੜੇ ਨੇ ਉਹ ਮੈਲ ਭਰੇ ਹੋਏ ਹਨ। ਰਹਾਓ ਹਰ ਕਾ ਮੰਦਰ ਸੋਹਣਾ, ਕੀਆ ਕਰਨਾ ਹਾਰ। ਦੇਖੋ ਭਾਈ ਨਿਰੰਕਾਰ ਵਾਰ-ਵਾਰ ਸਾਨੂੰ ਕੀ ਸਮਝਾ ਰਹੇ ਨੇ। ਕਹਿੰਦੇ ਆ ਜਿਹੜਾ ਤੇਰਾ ਸਰੀਰ ਆ, ਤੈਨੂੰ ਜਿਹੜਾ ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਬਹੁਤ ਸੋਹਣਾ ਸਰੀਰ ਹੈ। ਕਹਿੰਦੇ ਇਹ ਹਰੀ ਦਾ ਮੰਦਰ ਹੈ, ਤੇਰਾ ਇਹ ਨਹੀਂ, ਇਹਦੇ ਵਿੱਚ ਤੇਰਾ ਵੀ ਕੁਝ ਨਹੀਂ ਹੈ, ਇਹ ਸਰੀਰ ਵੀ ਤੇਰੇ ਨਾਲ ਨਹੀਂ ਜਾਣ ਵਾਲਾ, ਇਹ ਪਰ ਹਰੀ ਦਾ ਮੰਦਰ, ਹਰੀ ਇਹਦੇ ਵਿੱਚ ਗੁਪਤ ਰੂਪ ਦੇ ਵਿੱਚ ਬੈਠਾ ਹੈ, ਤੇ ਨਾਮ ਵੀ ਜਿਹੜਾ ਹੈ, ਸ਼ਬਦ ਵੀ ਉਹ ਵੀ ਗੁਪਤ ਰੂਪ ਦੇ ਵਿੱਚ ਅੰਦਰ ਬੈਠਾ ਹੈ। ਪਰ ਕਹਿੰਦੇ ਇਸ ਕਰਕੇ ਇਹਨੂੰ ਬਹੁਤ ਸੋਹਣਾ ਜਾਣ, ਪਰ ਉਹ ਰਚਨ ਹਾਰੇ ਅਕਾਲ ਪੁਰਖ ਨੇ ਇਸ ਦੀ ਸੋਹਣੀ ਬਣਤਰ ਬਣਾਈ ਹੋਈ ਹੈ। ਰਵ ਸਸ ਦੀਪ ਅਨੂਪ ਜੋਤ, ਤ੍ਰੈ ਪਵਨ ਜੋਤ ਅਪਾਰ। ਦੇਖ ਤੇਰੇ ਅੰਦਰ ਦੋ ਰੋਸ਼ਨੀ ਦੇ ਚਿਰਾਗ ਦੇ ਦਿੱਤੇ ਤੈਨੂੰ। ਅੱਖਾਂ ਦੀ ਗੱਲ ਕੀਤੀ, ਕਹਿੰਦੇ ਇਹਨਾਂ ਦੇ ਵਿੱਚ ਤੈਨੂੰ ਕੁਝ ਨਹੀਂ ਪਾਉਣਾ ਪੈਂਦਾ, ਉਹ ਤੇਲ ਤੋਂ ਬਗੈਰ ਹੀ ਜਲਦੇ ਨੇ। ਜਿਹੜੇ ਕਿ ਤੇਲ ਤੋਂ ਬਗੈਰ ਹੀ ਜਗਦੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹ ਦੋਨੋਂ ਦੀਵੇ, ਰਬ ਸੱਸ ਸੂਰਜ ਤੇ ਚੰਦਰਮਾ, ਕਹਿੰਦੇ ਇਹ ਦੀਪ ਅਨੂਪ, ਜਿਹੜੇ ਕਿ ਸੋਹਣੇ ਦੀਵੇ ਨੇ, ਇਹ ਤੇਰੇ ਅੰਦਰ ਜਿਹੜੀ ਜੋਤੀ ਤੈਨੂੰ ਦੇ ਰਹੇ ਨੇ, ਇਹ ਤ੍ਰੈ ਪਵਨ ਜੋਤ ਅਪਾਰ। ਕਹਿੰਦੇ ਕਿਸੇ ਵੀ ਤੇਲ ਨਹੀਂ ਪਾਉਣਾ ਪੈਂਦਾ ਅੰਦਰ ਵਿੱਚ, ਤੇਲ ਤੋਂ ਬਗੈਰ ਚੱਲਦੇ ਨੇ। ਜਦੋਂ ਇਹ ਭਾਈ ਤੇਲ ਤੋਂ ਬਗੈਰ ਚੱਲਦੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਔਰ ਇਹਨਾਂ ਦੇ ਵਿੱਚ ਤੂੰ ਇਦਾਂ ਕਰ, ਸੋਹਣਾ ਸਰੀਰ ਜਿਹੜਾ ਹੈ ਇਹਦੇ ਵਿੱਚ ਸੁਣ, ਇਹ ਨੈਣ ਤੇਰੇ ਨੇ, ਹੁਣ ਇਹ ਨੈਣਾ ਦੇ ਰਾਹੀਂ ਤੂੰ ਗਿਆਨ ਪਾ ਲਾ, ਇਹਦੇ ਵਿੱਚ ਗਿਆਨ ਐਸਾ ਪਾ ਲਾ ਕਿ ਉਹ ਜਿਹੜਾ ਅਕਾਲ ਪੁਰਖ ਹੈ ਹਰ ਜਗ੍ਹਾ ਦੇ ਉੱਤੇ ਤੈਨੂੰ ਉਹ ਦਿਸੇ। ਤਿੰਨ ਤ੍ਰੈ ਭਵਨ ਜੋਤ ਪਰ, ਤਿੰਨਾਂ ਭਵਨਾਂ ਦੇ ਵਿੱਚ ਜਿਹਦੀ ਜੋਤ ਕੰਮ ਕਰ ਰਹੀ ਆ, ਉਹ ਤੈਨੂੰ ਹਰ ਉਹਦੀ ਸ਼ਕਤੀ ਦੇ ਵਿੱਚੋਂ, ਹਰ ਰੂਪ ਦੇ ਵਿੱਚ ਇਹ ਨੇਤਰਾਂ ਨੂੰ ਉਹ ਦਿਸਣਾ ਸ਼ੁਰੂ ਹੋ ਜਾਵੇ। ਹਾਟ ਪਟਣ ਗੜ ਕੋਠੜੀ ਸੱਚ ਸੌਂਦਾ ਵਾਪਾਰ। ਇਹ ਜਿਹੜਾ ਤੇਰਾ ਸਰੀਰ ਆ, ਦੇਖ ਇਹਦੇ ਵਿੱਚ ਮਹਾਰਾਜ ਨੇ ਹੱਟੀਆਂ ਵੀ ਬਣਾਈਆਂ ਨੇ। ਹੱਟ ਪੱਟਣ ਕਹਿੰਦੇ ਨੇ ਸ਼ਹਿਰ ਨੂੰ, ਸ਼ਹਿਰ ਵੀ ਇਹਦੇ ਵਿੱਚ ਨੇ, ਤੇ ਗੜ ਵੀ ਨੇ, ਕਿਲੇ ਵੀ ਨੇ ਇਹਦੇ ਵਿੱਚ, ਤੇ ਇਹਦੇ ਵਿੱਚ ਕੋਠੜੀਆਂ ਵੀ ਨੇ। 72 ਕੋਠੜੀਆਂ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਕਰਦੇ, ਕਹਿੰਦੇ 72 ਕੋਠੜੀਆਂ ਨੇ ਇਹਨਾਂ ਦੇ ਵਿੱਚ। ਉਦੋਂ ਹਰ ਕੋਠੜੀ ਦੇ ਵਿੱਚ ਕੋਈ ਵਸਤੂ ਰੱਖੀ ਹੋਈ ਆ। ਕਈਆਂ ਜਗ੍ਹਾ ਦੇ ਉੱਤੇ ਐਸੀਆਂ ਵਸਤੂਆਂ ਨੇ ਜਿਹੜੇ ਕਿ ਸਾਨੂੰ ਪਾਪਾਂ ਵਾਲੇ ਕਰਮਾਂ ਵੱਲ ਨੂੰ ਲੈ ਕੇ ਜਾਂਦੀਆਂ ਨੇ, ਤੇ ਕਈ ਐਸੀਆਂ ਨੇ ਵਸਤੂਆਂ ਜਿਹੜੀਆਂ ਕਿ ਨਿਰੰਕਾਰ ਵੱਲ ਨੂੰ ਜਲਦੀਆਂ ਲੈ ਕੇ ਜਾਂਦੀਆਂ ਨੇ। ਜਿੱਦਾਂ ਜਿੱਦਾਂ ਤੁਸੀਂ ਬੰਦਗੀ ਕਰੋਗੇ, ਜਿੱਦਾਂ ਜਿੱਦਾਂ ਇਹ ਮਾਰਗ ਦੇ ਉੱਤੇ ਚੱਲੋਗੇ, ਠੀਕ ਹੈ, ਇਹ ਬਹੁਤ ਕਠਿਨ ਮਾਰਗ ਹੈ। ਇਹ ਗਾਂ ਜਾ ਕੇ ਵੀ ਬੜੀਆਂ ਬੇਨਤੀਆਂ ਇਹਦੇ ਬਾਰੇ ਆਪ ਜੀ ਦੇ ਚਰਨਾਂ 'ਚ ਕਰਨੀਆਂ ਨੇ। ਇਹ ਬੜਾ ਕਠਿਨ ਮਾਰਗ ਹੈ, ਪਰ ਜੇ ਆਪਾਂ ਇਹਨੂੰ ਅਪਣਾਵਾਂਗੇ ਹੀ ਨਾ, ਜੇ ਆਪਾਂ ਇਹਦੇ ਉੱਤੇ ਤੁਰਾਂਗੇ ਹੀ ਨਾ, ਤੇ ਫਿਰ ਆਪਾਂ ਨੂੰ ਕਿੱਦਾਂ ਪਤਾ ਵੀ ਇਹ ਕਠਿਨ ਹੈ ਜਾਂ ਸੁਖਾਲਾ। ਤੇ ਮੈਂ ਦੋਨਾਂ ਰੂਪਾਂ ਦੇ ਵਿੱਚ ਪਹਿਲਾਂ ਵੀ ਬੇਨਤੀ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਇਹਨੂੰ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਤੇ ਕਿਤੇ ਕਹਿੰਦੇ ਨੇ ਸਤਿਗੁਰ ਕੀ ਸੇਵਾ ਅਤ ਸੁਖਾਲੀ। ਇਹ ਗਾਖੜੀ ਸੇਵਾ ਜਦੋਂ ਕਠਿਨ ਕੰਮ ਜਿਹੜਾ ਹੈ, ਜਦੋਂ ਉਹਨੂੰ ਤੁਸੀਂ ਯੂਜ਼ ਟੂ ਹੋ ਗਿਆ, ਜਦੋਂ ਤੁਸੀਂ ਉਹਨੂੰ ਐਨ ਤੁਹਾਡੇ ਅੰਦਰ ਟਿਕ ਗਿਆ, ਇਹ ਬੜਾ ਸੁਖਾਲਾ ਹੋ ਜਾਂਦਾ, ਬੜਾ ਸੁਖਾਲਾ ਹੋ ਜਾਂਦਾ। ਪਹਾੜ ਤੇ ਚੜ੍ਹਨਾ ਤੁਸੀਂ ਇੱਕ ਵਾਰੀ ਨਹੀਂ ਚੜ੍ਹ ਸਕੋਗੇ, ਇੱਕ ਦਿਨ 'ਚ ਨਹੀਂ ਚੜ੍ਹੋਗੇ, ਪਰ ਅੱਜ 2 ਇੰਚ 4 ਇੰਚ 1 ਫੁੱਟ ਚੜ੍ਹੇ, ਹੌਲੀ ਹੌਲੀ ਆਪਣੀ ਮੰਜ਼ਿਲੇ ਮਕਸੂਦ ਦੇ ਉੱਤੇ ਚਲੇ ਜਾਓਗੇ, ਕਿਉਂਕਿ ਤੁਹਾਨੂੰ ਪਤਾ ਉਹ ਪਹਾੜ ਦੇ ਉੱਤੇ ਹੀਰਾ ਬੜਾ ਸੋਹਣਾ ਪਿਆ, ਜਾਂ ਉੱਥੇ ਇੱਕ ਫਲ ਐਸਾ ਪਿਆ ਜਿਹਨਾਂ ਤੁਸੀਂ ਜਨਮ ਤੇ ਮਰਨ ਖਤਮ ਕਰ ਸਕਦੇ ਹੋ। ਸੋ ਇਸ ਕਾਰਨ ਕਰਕੇ ਕਹਿੰਦੇ ਇਹ ਜਿਹੜਾ ਤੇਰਾ ਸਰੀਰ ਹੈ, ਇਹਦੇ ਵਿੱਚ ਸਭ ਕੁਝ ਹੋਣ ਕਾਰਨ ਕਰਕੇ ਵੀ 72 ਕੋਠੜੀਆਂ ਦੀ ਗੱਲ ਕਰਦੇ ਨੇ। ਪਰ ਕਹਿੰਦੇ ਜਿਹੜੇ ਗੁਰਮੁਖ ਨੇ, ਉਹ ਗੁਰਮੁਖ ਜਿਹੜੇ ਇਸੇ ਸੱਚ ਦਾ ਹੀ ਵਪਾਰ ਕਰ, ਸੱਚ ਸੌਦਾ ਵਪਾਰ, ਕਹਿੰਦੇ ਉਹ ਸੱਚੇ ਪ੍ਰੀਤਮ ਨੂੰ ਅੰਦਰੋਂ ਪਹਿਚਾਣ ਕੇ ਉਹਦੇ ਨਾਲ ਸੱਚਾ ਹੀ ਵਪਾਰ ਕਰਦੇ ਹਨ। ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ। ਉਹ ਜਿਹੜੇ ਗਿਆਨ ਅੰਜਨ, ਜਿਹੜਾ ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ ਪਾ ਲੈਂਦੇ ਨੇ, ਤੇ ਮਹਾਰਾਜ ਜਿਸ ਵੇਲੇ ਆਸਾ ਦੀ ਵਾਰ ਸ਼ੁਰੂ ਕਰਦੇ ਨੇ, ਸ਼ਬਦ ਕਰਦੇ ਨੇ, ਉਦੋਂ ਵੀ ਮਹਾਰਾਜ ਇਹੀ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋ ਨਾ, ਵੀ ਗੁਰਮੁਖਾ ਇਹ ਅੰਮ੍ਰਿਤ ਨੇਤਰਾਂ ਦੇ ਵਿੱਚ ਅੰਮ੍ਰਿਤ ਦਾ ਸੁਰਮਾ ਪਾ। ਇੱਥੇ ਵੀ ਕਹਿੰਦੇ ਵੀ ਗਿਆਨ ਦਾ ਅੰਜਨ ਉਹ ਆਪਣੇ ਜਦੋਂ ਨੇਤਰਾਂ ਦੇ ਵਿੱਚ ਪਾ ਲੈਂਦੇ ਨੇ, ਸਾਰੇ ਜਿਹੜੇ ਭੈ ਨੇ, ਡਰ ਨੇ, ਭਰਮ ਨੇ, ਉਹ ਖਤਮ ਹੋ ਜਾਂਦੇ। ਭੰਜਨਾ, ਇਹ ਜਿਹੜਾ ਗਿਆਨ ਦਾ ਸੁਰਮਾ, ਇਹਦੇ ਵਿੱਚ ਏਡੀ ਤਾਕਤ ਹੈ, ਇਸ ਨੇ ਸਾਰਿਆਂ ਨੂੰ ਖਤਮ ਕਰ ਦਿੱਤਾ। ਦੇਖ ਨਿਰੰਜਨ ਭਾਏ, ਕਹਿੰਦੇ ਫਿਰ ਉਹ ਏਡੀ ਰਹਿਮਤ ਕਰ ਦਿੰਦੇ ਨੇ, ਉਹ ਨਿਰੰਜਨ ਨਿਰਅੰਜਨ, ਉਹ ਪ੍ਰਮਾਤਮਾ ਨੂੰ ਜਿਸ ਵੇਲੇ ਦੇਖ ਲੈਂਦੇ ਨੇ, ਪ੍ਰਮਾਤਮਾ ਨੂੰ ਪਾ ਲੈਂਦੇ ਨੇ, ਕਹਿੰਦੇ ਵੀ ਉਹਨਾਂ ਦੇ ਅੰਦਰੋਂ ਸਾਰੇ ਡਰ ਜਿਹੜੇ ਨੇ, ਸਾਰੇ ਪਾਪ ਨੇ, ਜਮਾਂ ਦਾ ਡਰ, ਮੌਤ ਦਾ ਡਰ, ਵਿਕਾਰਾਂ ਦਾ ਡਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਡਰ, ਉਹ ਸਾਰੇ ਖਤਮ ਹੋ ਜਾਂਦੇ ਨੇ। ਕਈ ਵਾਰ ਕੀ ਹੁੰਦਾ, ਮੈਂ ਵੀ ਇਹ ਚੀਜ਼ ਨੂੰ ਦੇਖਿਆ ਹੈ, ਰਾਤ ਨੂੰ ਸਾਨੂੰ ਸੁਪਨਾ ਆਉਂਦਾ, ਉਸ ਸੁਪਨੇ ਦੇ ਵਿੱਚ ਸਾਨੂੰ ਇੱਕ ਬੜੀ ਭਿਆਨਕ ਸਥਾਨ ਦੇ ਉੱਤੇ ਕੋਈ ਖਿਆਲ ਦੇ ਵਿੱਚ ਆ ਜਾਂਦਾ, ਜਾਂ ਸਾਡੀ ਮੌਤ ਹੋ ਜਾਂਦੀ ਹੈ, ਜਾਂ ਸਾਨੂੰ ਕੀ ਹੁੰਦਾ ਵੀ ਜੰਗਲ ਬੀਆਬਾਨਾਂ 'ਚ ਅਸੀਂ ਗੁਆਚ ਜਾਂਦੇ ਹਾਂ, ਜਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ, ਸਾਨੂੰ ਫਿਰ ਬੜਾ ਡਰ ਲੱਗਦਾ। ਔਰ ਸਰਦੀ ਦੀ ਰੁੱਤ ਦੇ ਵਿੱਚ ਸਰੀਰ ਪਸੀਨਾ ਚੋਣਾ ਸ਼ੁਰੂ ਹੋ ਜਾਂਦਾ, ਇਹਦੇ ਕੋਲੋਂ ਇੰਨਾ ਡਰ ਹੁੰਦਾ। ਪਰ ਮਿਹਰਬਾਨ ਦਿਆਲੂ ਕਿਰਪਾਲੂ ਕਹਿੰਦੇ ਨੇ, ਜਦੋਂ ਤੂੰ ਉਸ ਸੱਚੇ ਸੌਦੇ ਦਾ ਵਪਾਰ ਕਰ ਲਿਆ, ਤੂੰ ਉਸ ਨਿਰਅੰਜਨ ਨੂੰ ਪ੍ਰਾਪਤ ਕਰ ਲਿਆ, ਇਹ ਸਾਰੇ ਤੇਰੇ ਡਰ ਨਿਰੰਕਾਰ ਜੀ ਦੂਰ ਕਰ ਦੇਣਗੇ। ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਹੁਣ ਇੱਥੇ ਮਾਲਕ ਨੇ ਇੱਕ ਜੇ ਰੱਖਿਆ, ਜੇ ਮਨ ਰਾਖੇ ਠਾਏ। ਜੇ ਤੂੰ ਆਪਣੇ ਮਨ ਨੂੰ ਕਾਬੂ ਦੇ ਵਿੱਚ ਰੱਖ ਲਿਆ, ਇਸ ਮਨ ਨੂੰ ਨਾਮ ਦੇ ਨਾਲ ਇੱਕ ਟਿਕਾ ਦੇ ਉੱਤੇ ਟਿਕਾ ਲਿਆ, ਕਹਿੰਦੇ ਫਿਰ ਤੈਨੂੰ ਉਹ ਗੁਪਤ ਰੂਪ ਦੇ ਵਿੱਚ ਵੀ ਤੇ ਪ੍ਰਗਟ ਰੂਪ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਿਸਣਾ ਸ਼ੁਰੂ ਹੋ ਜਾਣਗੇ। ਕਰੋ ਕਿਰਪਾ।
ਐਸਾ ਸਤਿਗੁਰ ਜੇ ਮਿਲੈ ਤਾਂ ਸਹਜੇ ਲਏ ਮਿਲਾਏ। ਭਾਈ ਜੇ ਕਿਤੇ ਇਸ ਤਰ੍ਹਾਂ ਦਾ ਵਾਹਿਗੁਰੂ ਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਏ, ਨਾਮ ਪ੍ਰਾਪਤ ਹੋ ਜਾਏ, ਤੇ ਉਹ ਅਕਾਲ ਪੁਰਖ ਐਡੀ ਰਹਿਮਤ ਕਰਦੇ ਆਪਣੇ ਪਿਆਰੇ ਦੇ ਉੱਤੇ, ਭਾਵੇਂ ਵਿਰਲਾ ਹੀ ਹੋਵੇ ਕੋਈ, ਪਰ ਐਡੀ ਰਹਿਮਤ ਕਰਦੇ ਨੇ, ਐਡੀ ਦਇਆ ਕਰਦੇ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ। ਕਸ ਕਸਵਟੀ ਲਾਈਐ ਪਰਖੇ ਹਿਤ ਚਿਤ ਲਾਏ। ਨਿਰੰਕਾਰ ਇੱਕ ਹੋਰ ਵੀ ਅਜੀਬ ਜਿਹਾ ਖੇਡ ਕਰਦੇ ਨੇ, ਕਹਿੰਦੇ ਕਸ ਕਸਵੱਟੀ, ਆਪਣੇ ਪਿਆਰਿਆਂ ਨੂੰ, ਗੁਰਮੁਖਾਂ ਨੂੰ ਤੁਰਨ ਵਾਲੇ ਮਾਰਗ ਤੇ, ਜਿਹੜਾ ਮਾਰਗ ਭਿਆਨਕ ਆਪਾਂ ਪਹਿਲਾਂ ਬੇਨਤੀ ਕੀਤੀ ਆਪ ਜੀ ਦੇ ਕੋਲ, ਉਹਦੇ ਉੱਤੇ ਜਦੋਂ ਤੋਰਦੇ ਨੇ ਨਾ, ਕਸਵੱਟੀ ਤੇ ਲਾ ਲੈਂਦੇ ਆ। ਸੁਨਿਆਰੇ ਦੇ ਕੋਲ ਵੀ ਜਿਸਲੇ ਸੋਨਾ ਜਾਂਦਾ, ਉਸ ਨੂੰ ਵਾਰ ਉਹ ਅੱਗ ਦੇ ਵਿੱਚ, ਤੇ ਉਹ ਜਿਹੜੀ ਉਹਦੇ ਕੋਲ ਸੋਨਾ ਗਰਮ ਕਰਨ ਵਾਸਤੇ ਉਹਨੇ ਕੜਾਹੀ ਰੱਖੀ ਹੁੰਦੀ ਆ, ਉਹਦੇ ਵਿੱਚ ਬੜੇ ਤਰ੍ਹਾਂ ਦੇ ਮਸਾਲੇ ਪਾ ਕੇ ਫਿਰ ਉਹਨੂੰ ਸ਼ੁੱਧ ਕਰਦਾ। ਤੇ ਗੁਰੂ ਵੀ ਆਪਣੇ ਪਿਆਰੇ ਨੂੰ ਇਸੇ ਤਰ੍ਹਾਂ ਸ਼ੁੱਧ ਕਰਦਾ, ਕਸਵੱਟੀ ਤੇ ਲਾ ਕੇ। ਪਰ ਕਸਵੱਟੀ ਦੇ ਉੱਤੇ ਲਾਉਣ ਵਾਲਾ ਵੀ ਆਪ ਹੈ, ਕਸਵੱਟੀ ਦੇ ਉੱਤੋਂ ਦੇ ਵਿੱਚ ਪਰਖ ਕੇ ਉਸ ਨੂੰ ਖਜ਼ਾਨੇ ਦੇ ਵਿੱਚ ਪਾਉਣ ਵਾਲਾ ਵੀ ਆਪ ਹੈ। ਹੁਣ ਕਸਵੱਟੀ ਗੁਰਮੁਖਾਂ ਨੇ ਬੜੀਆਂ ਕਸਵੱਟੀਆਂ ਪਾਈਆਂ। 2 ਮਿੰਟ ਇੱਥੇ ਆਪਾਂ ਠਹਿਰ ਲਈਏ, ਕਿਤੇ ਯਾਦ ਕਰੀਏ ਆਪਣੇ ਸ਼ਹੀਦਾਂ ਨੂੰ। ਭਾਈ ਮਨੀ ਸਿੰਘ ਜੀ 96 ਸਾਲ ਦੀ ਆਰਜਾ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਔਰ ਗਿਆਨ ਦੇ ਵਿੱਚ ਭਿੱਜੀ ਹੋਈ ਆਤਮਾ, ਬ੍ਰਹਮ ਰੂਪ ਦੇ ਵਿੱਚ ਰਹਿਣ ਵਾਲੀ ਆਤਮਾ। ਕੋਈ ਹੈ ਸੰਸਾਰ ਦੇ ਉੱਤੇ ਇਸ ਤਰ੍ਹਾਂ ਦਾ ਜੀਵ, ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ, ਇਹਨਾਂ ਕਾਜ਼ੀਆਂ ਨੇ, ਇਹਨਾਂ ਮੁਗਲਾਂ ਨੇ, ਇਹਨਾਂ ਦੇ ਜਿਹੜੇ ਹਕੂਮਤ ਦੇ ਉੱਤੇ ਬੈਠੇ ਹੁੰਦੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਘੋਣ ਵਾਲੇ, ਜਿਨ੍ਹਾਂ ਦਾ ਅੱਜ ਨਾਂ ਨਿਸ਼ਾਨ ਵੀ ਖਤਮ ਹੋ ਗਿਆ, ਸਜ਼ਾ ਦਿੱਤੀ ਵੀ ਇਹਦਾ ਬੰਦ ਕੱਟਿਆ ਜਾਵੇ। ਤੇ ਉਹ ਜਿਹੜਾ ਉੱਥੇ ਜਲਾਦ ਸੀ, ਜਿਸਲੇ ਉਹ ਬੰਦ ਕੱਟਣ ਲੱਗਾ, ਪਹਿਲਾਂ ਗੁੱਟ ਕੱਟਣ ਲੱਗਾ, ਤਾਂ ਇੱਕ ਭਾਈ ਸਾਹਿਬ ਦੀ ਸੋਚ ਲਾਓ, ਦੇਖੋ ਉਹਨਾਂ ਬਾਰੇ ਗਿਆਨ ਲਓ ਉਹਨਾਂ ਦਾ। ਉਹ ਆਖਣ ਲੱਗੇ ਵੀ ਆਹ ਪਹਿਲਾਂ 3 ਉਂਗਲਾਂ ਦੇ ਕੱਲੇ ਕੱਟ ਪਾਈਏ, ਕੰਮ ਕਰਨ ਲੱਗਿਆ, ਆਪਣੇ ਮਾਲਕ ਦਾ ਹੁਕਮ ਪਾਲਣ ਲੱਗਾ ਤੇ ਚੰਗੀ ਤਰ੍ਹਾਂ ਪਾਲ। ਇਹ ਕਸਵੱਟੀ ਆ। ਤੇ ਅੱਜ ਜਿਹੜੇ ਜਲਾਦ ਨੇ, ਜਿਨ੍ਹਾਂ ਨੇ ਇਹ ਕਾਜ਼ੀਆਂ ਨੇ ਹੁਕਮ ਲਾਇਆ ਸੀ, ਉਹ ਖਤਮ ਹੋ ਗਿਆ, ਕੋਈ ਨਿਸ਼ਾਨ ਵੀ, ਨਾਮ ਨਹੀਂ ਲੈਂਦਾ ਉਹਨਾਂ ਦਾ। ਤੇ ਭਾਈ ਸਾਹਿਬ ਨੂੰ ਅੱਜ ਵੀ ਨਮਸਕਾਰਾਂ ਹੁੰਦੀਆਂ ਨੇ। 1984 ਦੇ ਵਿੱਚ ਦੇਖ ਲਵੋ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਰ ਜਿਹੜੇ 32-33 ਗੁਰਦੁਆਰੇ ਸਨ, ਉਹਨਾਂ ਦੀ ਰਖਵਾਲੀ ਕੌਣ ਕਰ ਰਹੇ ਨੇ? ਗੁਰੂ ਕੇ ਪਿਆਰੇ। ਆਪਾਂ ਇੱਥੇ ਆ ਜਾਈਏ ਦਰਬਾਰ ਸਾਹਿਬ ਦੇ ਵਿੱਚ, ਸਾਡਾ ਹਿਰਦਾ ਦਰਬਾਰ ਸਾਹਿਬ, ਸਾਡੀ ਆਤਮਾ ਹੈ ਦਰਬਾਰ ਸਾਹਿਬ। ਇਹਦੇ ਉੱਤੇ ਧਾੜ ਵੀ ਚੜ ਕੇ ਆ ਗਿਆ ਤੇ ਮੋਹਰੇ ਖੜ ਗਿਆ 20ਵੀਂ ਸਦੀ ਦਾ ਸੰਤ ਸਿਪਾਹੀ, ਉਹਦੇ ਨਾਲ ਫੌਜਾਂ ਨੇ, ਸੰਗਤੂ ਰੂਪ ਦੇ ਵਿੱਚ ਫੌਜਾਂ ਨੇ, ਮਰਜੀਵੜੇ ਨੇ ਉਹਦੇ ਨਾਲ। ਉਹਨਾਂ ਨੂੰ ਕਿਹਾ ਵੀ ਗਿਆ ਵੀ ਤੁਸੀਂ ਇਹ ਜਗ੍ਹਾ ਤੋਂ ਚਲੇ ਜਾਓ, ਬਾਹਰ ਨਿਕਲ ਜਾਓ, ਤੇ ਆਖਣ ਲੱਗੇ ਨਹੀਂ, ਧਾੜ ਵੀ ਨਹੀਂ ਚੜ ਕੇ ਆ ਸਕਦਾ, ਧਾੜਵੀ ਦਾ ਅਸੀਂ ਮੁਕਾਬਲਾ ਕਰਾਂਗੇ ਹਿੱਕ ਧਾਰਨ ਕਰਕੇ। ਗੁਰੂ ਨੇ ਕਸਵੱਟੀ ਤੇ ਲਾਤਾ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਪਿਆਰਿਆਂ ਨੂੰ, ਜਿਹੜੇ ਤਾਂ ਭਾਈ ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਹ ਕਸਵੱਟੀ ਚੋਂ ਪਾਸ ਹੋ ਗਏ। ਉਹ ਕਸਵੱਟੀ ਦੇ ਵਿੱਚੋਂ ਪਾਸ ਹੋ ਗਏ, ਉਹ ਪਰਖ ਹੋ ਗਏ, ਉਹ ਪਰਖ ਕੇ ਨਿਰੰਕਾਰ ਨੇ ਖਜ਼ਾਨੇ ਦੇ ਵਿੱਚ ਪਾ ਲਏ। ਹੁਣ ਕਈ ਵਾਰ ਤੁਸੀਂ ਸੋਚੋਗੇ ਵੀ ਆਪਾਂ ਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹ ਖਜ਼ਾਨੇ ਦੇ ਵਿੱਚ ਪਾ ਲਏ? ਤਾਂ ਜਿਹੜੇ ਉੱਥੋਂ ਕਿਸੇ ਹੋਰ ਗਲੀਆਂ ਦੇ ਵਿੱਚ ਨਿਕਲ ਕੇ ਚਲੇ ਗਏ, ਅੱਜ ਕੀ ਉਹਨਾਂ ਨੂੰ ਕੋਈ ਲੋਕ ਯਾਦ ਕਰਦੇ? ਬਿਲਕੁਲ ਨਹੀਂ। ਪਰ ਇਹ ਜ਼ਰੂਰ ਮਨ ਦੇ ਵਿੱਚ, ਮੈਨੂੰ ਕਿਸੇ ਨੇ ਵੀ ਪੁੱਛਿਆ ਵੀ ਸੀਗਾ, ਆਖਣ ਲੱਗੇ ਬਾਬਾ ਜੀ ਤੁਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹੋ ਵੀ ਉਹ ਕਸਵੱਟੀ ਤੇ ਲੱਗ ਕੇ ਪਰਖ ਦੇ ਵਿੱਚ ਪੂਰੇ ਉਤਰੇ ਤੇ ਨਿਰੰਕਾਰ ਨੇ ਉਹਨਾਂ ਨੂੰ ਖਜ਼ਾਨੇ ਦੇ ਵਿੱਚ ਪਾ ਲਿਆ। ਪਰ ਕਿਹੜੇ ਖਜ਼ਾਨੇ ਦੇ ਵਿੱਚ ਪਾ ਲਿਆ ਉਹਨਾਂ ਨੇ? ਸਾਨੂੰ ਇਹਦਾ ਗਿਆਨ ਦਿਓ। ਹੁਣ ਆਪਾਂ ਇਹਦਾ ਜਦੋਂ ਜੇ ਕਿਤੇ ਸਾਡੇ ਮਨ ਦੇ ਵਿੱਚ ਵੀ ਖਿਆਲ ਆ ਜਾਵੇ ਨਾ, ਕਿਉਂਕਿ ਅਸੀਂ ਅੱਜ ਕੱਲ੍ਹ ਤਲਖ ਬਹੁਤ ਕਰਨ ਲੱਗ ਪਏ ਹਾਂ, ਅਸੀਂ ਸਵਾਲ ਬਹੁਤ ਕਰਨ ਲੱਗ ਪਏ ਹਾਂ। ਉਹ ਗੁਰਮੁਖੋ, ਉਹ ਜਿਹੜੇ 1984 ਦੇ ਵਿੱਚ ਸ਼ਹੀਦ ਹੋਏ ਸਿੰਘ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਦੇ ਥੱਲੇ ਅੱਜ ਉਹਨਾਂ ਨੂੰ ਮਾਲਕ ਨੇ ਕਿਹੜੇ ਰੂਪ ਦੇ ਵਿੱਚ ਆਪਣੇ ਖਜ਼ਾਨੇ ਦੇ ਵਿੱਚ ਪਾ ਲਿਆ? ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਹਨਾਂ ਦੀ ਯਾਦਗਾਰ ਬਣ ਗਈ ਤੇ ਉੱਥੇ ਉਹਨਾਂ ਦੇ ਨਾਮ ਲਿਖੇ ਹੋਏ ਨੇ। ਦੁਨੀਆ ਹੁਣ ਕਿਸੇ ਰੂਪ ਦੇ ਵਿੱਚ ਖੇਡੀ ਜਾਵੇ, ਇਹ ਯਾਦਗਾਰ ਕਦੀ ਮਿਟਣੀ ਨਹੀਂ। ਪਰ ਜਿਨ੍ਹਾਂ ਨੇ ਕੀਤਾ, ਉਹਨਾਂ ਦੀਆਂ ਯਾਦਗਾਰਾਂ ਕਿੱਥੇ ਬਣੀਆਂ ਨੇ? ਠੀਕ ਹੈ, ਅੱਜ ਮੈਜੋਰਿਟੀ ਦੇ ਵਿੱਚ ਏਅਰਪੋਰਟਾਂ ਦੇ ਨਾਮ ਰੱਖ ਦਿੱਤੇ ਜਾਂ ਹੋਰ ਕੁਛ ਕਰ ਦਿੱਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮਨਮੁਖੀਏ, ਜਿਹੜੇ
ਉੱਥੇ ਬੈਠੇ ਨੇ ਹਕੂਮਤ ਦੇ ਵਿੱਚ ਵੱਡੇ ਬਣ ਕੇ। ਇਦਾਂ ਦੇ ਕਈ ਆਏ ਤੇ ਕਈ ਚਲੇ, ਕਈ ਵਾਰੀ ਨਾਮ ਏਅਰਪੋਰਟਾਂ ਦੇ ਬਦਲੇ ਨੇ ਤੇ ਕਈ ਵਾਰ ਬਦਲ ਹੋਣੇ ਨੇ। ਪਰ ਕਿ ਜਿਹੜਾ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਬਣ ਗਿਆ, ਉਸ ਸਥਾਨ ਤੇ ਅੱਜ ਸਿੱਖ ਭਾਵੇਂ ਥੋੜੇ ਮੱਥਾ ਟੇਕਣ ਜਾਂਦੇ ਨੇ, ਅਸੀਂ ਉੱਥੇ ਹਰ ਵਾਰੀ ਬੜਾ ਸਮਾਂ ਲਾਈਦਾ, ਜਾ ਕੇ ਦੇਖੀਦਾ। ਜਿਹੜੇ ਬਾਹਰੋਂ ਆਏ ਹੁੰਦੇ ਨੇ, ਕਿਸੇ ਵੀ ਹੋਰ ਮਜ਼ਹਬ ਦੇ ਨਾਲ ਉਹਨਾਂ ਦਾ ਤਾਲੁਕਾਤ ਹੈ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਤਾਂ ਉੱਥੇ ਜ਼ਰੂਰ ਜਾਂਦੇ ਨੇ। ਸਾਡੇ ਕਈ ਵਾਰੀ ਉੱਦਾਂ ਲੰਘ ਜਾਂਦੇ ਨੇ ਨਿਸ਼ਾਨ ਸਾਹਿਬਾਂ ਦੇ ਕੋਲ ਦੀ, ਪਰ ਉਹ ਉੱਥੇ ਮੱਥਾ ਜ਼ਰੂਰ ਟੇਕਦੇ ਨੇ। ਇਹਨੂੰ ਕਹਿੰਦੇ ਨੇ ਕਸਵੱਟੀ, ਇਹਨੂੰ ਕਹਿੰਦੇ ਪਰਖ ਕੇ ਖਜ਼ਾਨੇ ਦੇ ਵਿੱਚ ਪਾ ਲੈਣਾ। ਉਹ ਖਜ਼ਾਨਿਆਂ ਦੇ ਵਿੱਚ ਉਹੀ ਪੈਂਦੇ ਨੇ ਜਿਨ੍ਹਾਂ ਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਖੋਟੇ ਠੌਰ ਨਾ ਪਾਏ ਨੀ, ਖਰੇ ਖਜ਼ਾਨੇ ਪਾਏ। ਜਿਹੜੇ ਖੋਟੇ ਸੀ ਉਹ ਭੱਜ ਗਏ, ਬਾਹਰ ਨਿਕਲ ਗਏ, ਉਹ ਖਜ਼ਾਨੇ ਦੇ ਵਿੱਚ ਨਹੀਂ ਪਏ। ਪਰ ਜਿਹੜੇ ਖਰੇ ਸੀ, ਜਿਹੜੇ ਪਰਖ ਦੇ ਵਿੱਚ ਪੂਰੇ ਨਿਕਲੇ, ਭਾਵੇਂ ਬਹੁਤ ਵੱਡੀਆਂ ਵੱਡੀਆਂ ਕਸਵੱਟੀਆਂ ਪਈਆਂ, ਇਮਤਿਹਾਨ ਪਾਏ, ਸਾਰੇ ਇਮਤਿਹਾਨ ਉਹਨਾਂ ਨੇ ਪਾਸ ਕੀਤੇ ਭਾਈ, ਉਹ ਅੱਜ ਖਜ਼ਾਨੇ ਦੇ ਵਿੱਚ ਪਾਏ ਨੇ। ਦੁਨੀਆ ਨਮਸਕਾਰ ਕਰਦੀ ਉਹਨਾਂ ਨੂੰ, ਘਰ ਘਰ ਦੇ ਵਿੱਚ ਫੋਟੋ ਲੱਗ ਰਹੀ ਉਹਨਾਂ ਦੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਵਰਗਿਆਂ ਦੀ ਘਰ ਘਰ ਦੇ ਵਿੱਚ ਫੋਟੋ। ਇਹ ਵੀ ਇੱਕ ਵਡਿਆਈ ਦਾ ਸਾਧਨ ਹੈ। ਅਸੀਂ ਠੀਕ ਹੈ, ਸਿੱਖ ਕੌਮ ਫੋਟੋਆਂ ਦੇ ਉੱਤੇ ਯਕੀਨ ਨਹੀਂ ਕਰਦੀ, ਪਰ ਜਿਨ੍ਹਾਂ ਨੇ ਸਾਡੇ ਵਾਸਤੇ ਏਡਾ, ਜਿਹੜੇ ਕਸਵੱਟੀ ਦੇ ਇਲਾਕੇ ਇਮਤਿਹਾਨਾਂ ਦੇ ਵਿੱਚ ਪਾਸ ਹੋਏ, ਅਸੀਂ ਉਹਨਾਂ ਨੂੰ ਅੱਜ ਵੀ ਯਾਦ ਕਰਦੇ, ਸ਼ਹੀਦਾਂ ਆਪਣਿਆਂ ਨੂੰ ਨਮਸਕਾਰ ਇੱਕ ਵਾਰ ਨਹੀਂ, ਰੋਮ ਰੋਮ ਕਰਕੇ ਕਰਦੇ ਆ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਉਹਨਾਂ ਨੇ ਆਪਣੇ ਖਜ਼ਾਨੇ ਦੇ ਵਿੱਚ ਉਹਨਾਂ ਨੂੰ ਪੱਕੇ ਤੌਰ ਤੇ ਪਾ ਲਿਆ। ਆਸ ਅੰਦੇਸਾ ਦੂਰ ਕਰ, ਯੋਂ ਮਲ ਜਾਏ ਸਮਾਏ। ਇਹ ਜਿਹੜੇ ਜੀਵ ਹੁੰਦੇ ਨੇ ਨਾ ਗੁਰਮੁਖ ਪਿਆਰਿਓ, ਇਹ ਜਿਹੜੇ ਸ਼ਹੀਦਾਂ ਦਾ ਪਹਿਰਾ ਹੁੰਦਾ, ਉਹ ਜਿਹੜੇ ਸ਼ਹੀਦ ਨੇ, ਜਿਹੜੇ ਪਰਖ ਨਿਕਲ ਜਾਂਦੇ ਨੇ, ਉਹ ਆਸਾਂ ਅੰਦੇਸਾ ਜਿਹੜੀਆਂ ਕਿ ਫਿਕਰ ਖਤਮ ਕਰ ਦਿੰਦੇ ਨੇ, ਉਹਨਾਂ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਕਹਿੰਦੇ ਉਹਨਾਂ ਦੀ ਜਿਹੜੀ ਇਹ ਮੈਲ ਹੈ, ਉਹ ਮੈਲ ਦੂਰ ਕਰ ਦਿੰਦੇ ਨੇ ਇਦੂ ਮੈਲ ਨੂੰ, ਤੇ ਉਹਨਾਂ ਨੂੰ ਨਿਵਰਤ ਹੋ ਕੇ ਨਿਰੰਕਾਰ ਦੇ ਖਜ਼ਾਨੇ ਦੇ ਵਿੱਚ ਪ੍ਰਵਾਨ ਹੁੰਦੇ ਨੇ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਜਿਹੜਾ ਸੰਸਾਰ ਦੇ ਉੱਤੇ ਜੀਵ ਹੈ, ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਿਰੰਕਾਰ ਦੇ ਚਰਨਾਂ ਦੇ ਵਿੱਚ ਖੜ ਕੇ ਕਹੇ, ਮਾਲਕਾ ਮੈਨੂੰ ਦੁੱਖ ਦੇ ਦੇ, ਮੈਂ ਦੁੱਖ ਦਾ ਵੀ ਸਵਾਦ ਦੇਖਣਾ ਚਾਹੁੰਦਾ ਹਾਂ, ਤੇ ਗੁਰੂ ਕਹਿੰਦਾ ਨਹੀਂ, ਸਾਰੇ ਸੁੱਖ ਹੀ ਮੰਗਦੇ ਆ, ਪਰ ਕੋਈ ਸੁੱਖ ਮੰਗਦੇ ਨੇ, ਕੋਈ ਬੰਦਗੀ ਵਾਲਾ ਸੁੱਖ ਨਹੀਂ ਮੰਗਦਾ, ਕਰਨੀ ਨਹੀਂ ਚਾਹੁੰਦਾ। ਤੇ ਜਿਨ੍ਹਾਂ ਨੇ ਦੁੱਖ ਮੰਗਿਆ ਤੇ ਉਹਨਾਂ ਨੇ ਦੁੱਖ ਨੂੰ ਸੁੱਖ ਦੇ ਵਿੱਚ ਪ੍ਰਾਪਤ ਕਰ ਲਿਆ। ਭਾਈ ਮਤੀ ਦਾਸ ਜੀ, ਖਿਆਲ ਤਾਂ ਕਰਿਆ ਕਰੋ, ਤੁਸੀਂ ਜਦੋਂ ਇਹ ਦਿਨ ਆਉਂਦੇ ਨੇ, ਇਹਨਾਂ ਦੇ ਉੱਤੇ 2-4 ਮਿੰਟ ਅੱਧਾ ਘੰਟਾ ਸੋਚ ਤਾਂ ਲਿਆ ਕਰੋ। ਤੁਸੀਂ ਗੁਰਮੁਖ ਹੋ, ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਨਮ ਤੁਹਾਡਾ ਹੋਇਆ। ਭਾਈ ਮਤੀ ਦਾਸ ਨੂੰ, ਜਿਨ੍ਹਾਂ ਦੀ ਉਮਰ 80 ਸਾਲ ਦੀ ਆ, ਕਿੰਨੇ ਲਾਲਚ ਦਿੱਤੇ ਗਏ। ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਨੂੰ, ਪਰ ਭਾਈ ਮਤੀ ਦਾਸ ਵਾਲਾ ਥੋੜਾ ਜਿਹਾ, ਤੇ ਉਹ ਆਖਣ ਲੱਗੇ, ਜਲਾਦ ਆਖਣ ਲੱਗੇ, ਬੜਾ ਭਿਆਨਕ ਤੈਨੂੰ ਦੁੱਖ ਦੇਵਾਂਗੇ, ਕਿ ਤੇਰੇ ਸਿਰ ਦੇ ਉੱਤੇ ਆਰਾ ਚਲਾਉਣਾ, ਅਸੀਂ ਤੈਨੂੰ 2 ਫਾੜ ਕਰ ਦੇਣਾ। ਤੇ ਭਾਈ ਮਤੀ ਦਾਸ ਹੱਸ ਕੇ ਆਖਣ ਲੱਗੇ, ਕਹਿੰਦੇ ਵੀ ਇੱਕ ਤਾਂ ਕੰਮ ਮੇਰਾ ਕਰ ਦਿਓ, ਪਹਿਲਾਂ ਤਾਂ ਤੁਸੀਂ ਪੁੱਛਿਆ ਵੀ ਜੇ ਕੋਈ ਤੇਰੀ ਇੱਛਾ ਹੈ ਤਾਂ ਪੂਰੀ ਕਰਾਂਗੇ। ਕਹਿੰਦੇ ਵੀ ਮੇਰੇ ਗੁਰੂ ਨਿਰੰਕਾਰ ਦਾ ਮੁਖੜਾ ਮੇਰੇ ਵੱਲ ਨੂੰ ਕਰ ਦੇਵੋ, ਤੇ ਫਿਰ ਇੱਕ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਿਓ ਵੀ ਆਰਾ ਬੜੇ ਪਿਆਰ ਦੇ ਨਾਲ ਚਲਾਇਓ, ਕਿਉਂਕਿ ਮੈਂ ਸਾਰਾ ਜੀਵਨ ਨਿਰੰਕਾਰ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਬੈਠ ਕੇ ਸੁੱਖ ਮਾਣਿਆ, ਨਿਰੰਕਾਰ ਦੀ ਬੰਦਗੀ ਕਰ ਕਰਕੇ ਮੈਂ ਆਨੰਦ ਮਾਣਿਆ, ਪਰ ਮੈਂ ਦੇਖਣਾ ਚਾਹੁੰਦਾ ਆ ਜਿਹੜਾ ਤੁਹਾਡਾ ਦੁੱਖ ਹੈ ਮੇਰੇ ਸੁੱਖ ਦੇ ਬਰਾਬਰ ਕੀ ਹੈ। 2 ਫਾੜ ਹੋ ਗਏ। ਜਪਜੀ ਸਾਹਿਬ ਦਾ ਪਾਠ ਦੋਨਾਂ ਟੁਕੜਿਆਂ ਦੇ ਵਿੱਚੋਂ ਪੂਰਾ ਕੀਤਾ। ਇਹ ਕਰਾਮਾਤਾਂ ਨਹੀਂ ਤਾਂ ਮਿਹਰ ਤੇ ਰਹਿਮਤਾਂ ਨਹੀਂ ਤਾਂ ਹੋਰ ਕੀ ਅਕਾਲ ਪੁਰਖ ਦੀਆਂ। ਉਹਨਾਂ ਨੇ ਦੁੱਖ ਨੂੰ ਸੁੱਖ ਦੇ ਵਿੱਚ, ਸੁੱਖ ਦੇ ਬਰਾਬਰ ਤੁਲਨਾ ਕਰਨ ਵਾਸਤੇ ਦੁੱਖ ਨੂੰ ਪ੍ਰਾਪਤ ਕੀਤਾ। ਪਰ ਨਿਰੰਕਾਰ ਕਹਿੰਦੇ ਨੇ ਉਹ ਕੋਈ ਵਿਰਲਾ ਹੀ ਆ ਸੰਸਾਰ ਦੇ ਉੱਤੇ, ਜਿਹੜਾ ਇਦੂ ਸੰਸਾਰ ਦੇ ਉੱਤੇ ਜਿਹੜਾ ਇਦੂ ਰੂਪ ਦੇ ਵਿੱਚ ਰਹਿ ਰਿਹਾ, ਪਰ ਨਹੀਂ ਤਾਂ ਕਰਨਾ ਕੁਝ ਨਹੀਂ ਚਾਹੁੰਦੇ। ਬਸ ਇਹ ਮਾਲਕ ਅਰਦਾਸ ਕਰਦੇ ਗਿਰਨੀ ਸਿੰਘਾਂ ਨੂੰ ਵੀ ਕਹਿੰਦੇ, ਬਸ ਸਾਡੇ ਘਰ ਦੇ ਵਿੱਚ ਸੁੱਖ ਆ ਜਾਵੇ, ਜਿਹੜੇ ਦੁੱਖ ਸਾਨੂੰ ਹੋਣੇ ਆ ਉਹ ਗੁਆਂਢੀਆਂ ਦੇ ਚਲੇ ਜਾਵਣ। ਸੋ ਨਿਰੰਕਾਰ ਕਹਿੰਦੇ ਨੇ ਸੁੱਖ ਨੂੰ ਸਾਰੇ ਮੰਗਦੇ, ਦੁੱਖ ਨੂੰ ਕੋਈ ਨਹੀਂ ਮੰਗਦਾ। ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਪਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਕਰਦੇ ਨੇ, ਗੁਰਮੁਖ ਤਾਂ ਮੰਗਦੇ ਨਹੀਂ। ਗੁਰਮੁਖ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ ਵੀ ਦੁੱਖ ਸੁੱਖ ਦੋਨੋਂ ਕੱਪੜੇ। ਕਹਿੰਦੇ ਸੁੱਖ ਜਿਹੜਾ ਸੁੱਖ ਉਹ ਮੰਗਦੇ, ਉਹਨਾਂ ਨੂੰ ਖਿਆਲ ਕਰ ਲੈਣਾ ਚਾਹੀਦਾ, ਇਹਦੇ ਵਿੱਚੋਂ ਵੱਡੇ ਵੱਡੇ ਦੁੱਖ ਪ੍ਰਗਟ ਹੁੰਦੇ ਨੇ।
ਮਾਇਆ ਬਹੁਤੀ ਆ ਗਈ, ਮਹਿੰਗੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਲਿਵਰ ਖਰਾਬ ਹੋ ਗਿਆ, ਕਿਡਨੀਆਂ ਖਰਾਬ ਹੋ ਗਈਆਂ, ਡਾਇਲਿਸਿਸ ਤੇ ਲੱਗ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਸ਼ੂਗਰ ਹੋ ਗਈ। ਇਹ ਦੁੱਖ ਕਾਹਤੋਂ ਪੈਦਾ ਪ੍ਰਗਟ ਹੋਏ? ਮਾਇਆ ਦੇ ਰੂਪ ਦੇ ਵਿੱਚੋਂ। ਵਿਕਾਰੀ ਕੰਮ ਕਰਨੇ ਸ਼ੁਰੂ ਕਰ ਦਿੱਤੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਲੱਗ ਗਈਆਂ ਜਿਨ੍ਹਾਂ ਦਾ ਅਜੇ ਤੱਕ ਇਲਾਜ ਹੀ ਨਹੀਂ ਲੱਭਣ ਡਿਆ ਆ। ਤੇ ਕੀ ਹੋਇਆ? ਦੁੱਖ ਪ੍ਰਾਪਤ ਹੋ ਗਿਆ। ਪਰ ਜਿਹੜੇ ਗੁਰਮੁਖ ਨੇ ਨਾ, ਉਹ ਨਹੀਂ ਇੱਧਰ ਰਾਹ ਤੇ ਤੁਰਦੇ, ਉਹ ਤਾਂ ਨਿਰੰਕਾਰ ਦੀ ਕਹਿੰਦੇ ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਦੇ ਰਹੇ ਹੋ, ਸਾਨੂੰ ਉਹ ਪ੍ਰਵਾਨ ਹੈ। ਸੋ ਇੱਥੇ ਕਰਕੇ ਕਹਿੰਦੇ ਜਿਹੜੇ ਮਨਮੁਖ ਨੇ ਇਦੂ ਗੱਲ ਨੂੰ ਸਮਝਦੇ ਨਹੀਂ ਵੀ ਸਾਰੇ ਸੁੱਖਾਂ ਦੇ ਵਿੱਚੋਂ ਹੀ ਦੁੱਖ ਵੱਡੇ ਤੋਂ ਵੱਡੇ ਪ੍ਰਗਟ ਹੁੰਦੇ ਨੇ। ਸੁਖ ਦੁਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਜਿਨ੍ਹਾਂ ਨੇ ਸ਼ਬਦ ਦੇ ਰੂਪ ਨੂੰ ਸਮਝ ਲਿਆ, ਸ਼ਬਦ ਦੇ ਵਿੱਚੋਂ ਗਿਆਨ ਨੂੰ ਸਮਝ ਲਿਆ, ਉਹਨਾਂ ਨੂੰ ਦੁੱਖ ਤੇ ਸੁੱਖ ਇੱਕੋ ਬਰੋਬਰ ਜਾਣਦੇ ਨੇ ਉਹਨਾਂ ਨੂੰ। ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਬਿਆਸ। ਕਹਿੰਦੇ ਵੇਦ ਪੜ੍ਹ ਕੇ ਦੇਖ ਲਓ, ਬਾਣੀ ਜਿਹੜੀ ਬ੍ਰਹਮਾ ਨੇ ਵੇਦ ਲਿਖੇ, ਵਿਆਸ ਜੀ ਨੇ ਜੋ ਲਿਖਿਆ, ਕਹਿੰਦੇ ਜਾ ਕੇ ਜਾਂ ਬ੍ਰਹਮਾ ਤੇ ਵਿਆਸ ਨੂੰ ਵੀ ਪੁੱਛ ਲਵੋ ਜਿਹੜੀ ਇਹ ਗੱਲ ਅਸੀਂ ਕਹਿ ਰਹੇ ਹਾਂ। ਮੁਨ ਜਨ ਸੇਵਕ ਸਾਧਿਕਾ, ਨਾਮ ਰਤੇ ਗੁਣਤਾਸ। ਚਾਹੇ ਜਾ ਕੇ ਮੁਨੀਆਂ ਨੂੰ ਪੁੱਛ ਲਓ, ਚਾਹੇ ਉਹਦੇ ਜਿਹੜੇ ਨਿਰੰਕਾਰ ਦੇ ਜਨ ਮਹਾਤਮਾ ਨੇ ਉਹਨਾਂ ਤੋਂ ਜਾ ਕੇ ਪੁੱਛ ਲਓ, ਚਾਹੇ ਸੇਵਾ ਕਰਨ ਵਾਲਿਆਂ ਨੂੰ ਜਾ ਕੇ ਪੁੱਛ ਲਓ, ਉਹ ਵੀ ਤੁਹਾਨੂੰ ਇਹੀ ਦੱਸਣਗੇ ਵੀ ਨਾਮ ਦੇ ਵਿੱਚ ਜਿਹੜਾ ਆਨੰਦ ਹੈ ਹੋਰ ਕਿਸੇ ਵਸਤੂ ਦੇ ਵਿੱਚ ਨਹੀਂ ਹੈ। ਸੱਚ ਰਤੇ ਸੇ ਜਿਣ ਗਏ, ਹਉ ਸਦ ਬਲਿਹਾਰੈ ਜਾਸ। ਜਿਹੜੇ ਸੱਚ ਦੇ ਵਿੱਚ ਰੰਗੇ ਗਏ, ਤੂੰ ਸੰਸਾਰ ਦੇ ਉੱਤੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਗਏ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਕਰਵਾਉਣ ਜਾਂਦਾ ਨਿਰੰਕਾਰ ਜੀ। ਬਲਿਹਾਰ ਦਾ ਮਤਲਬ ਉਹਨਾਂ ਨੂੰ ਸਦਾ ਹੀ ਸੋਭਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਿੰਦੇ ਹਨ। ਚਹੁ ਜੁਗ ਮੈਲੇ ਮਲ ਪਰੇ, ਜਿਨ ਮੁਖ ਨਾਮ ਨਾ ਹੋਏ। ਉਹ ਚੌਹਾਂ ਯੁਗਾਂ ਦੇ ਵਿੱਚ, ਦੁਆਪਰ, ਤ੍ਰੇਤਾ, ਸਤਯੁਗ, ਕਲਯੁਗ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੀ ਰਹਿੰਦੇ ਨੇ, ਉਹਨਾਂ ਦੇ ਸਰੀਰ ਮੈਲ ਦੇ ਭਰੇ ਰਹਿੰਦੇ ਨੇ, ਔਰ ਉਹ ਵਾਰ-ਵਾਰ ਸੰਸਾਰ ਦੇ ਉੱਤੇ ਆਉਂਦੇ ਨੇ ਤੇ ਜਾਂਦੇ ਨੇ। ਬੜੇ ਭਿਆਨਕ ਦੁੱਖ ਉਹਨਾਂ ਨੂੰ ਮਿਲਦੇ ਨੇ, ਕਿਹਨਾਂ ਨੂੰ? ਜਿਨ੍ਹਾਂ ਦੇ ਮੁਖੜੇ ਦੇ ਵਿੱਚ ਉਹ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਹੈ। ਭਗਤੀ ਪਾਏ ਬਿਹੂਣਿਆ, ਮੂੰਹ ਕਾਲਾ ਪਤ ਖੋਏ। ਜਿਹੜੇ ਇੱਥੋਂ ਸੰਸਾਰ ਤੋਂ ਜੀਵਨ ਕਾਲ ਦੇ ਵਿੱਚ ਭਗਤੀ ਤੋਂ ਵਾਂਝੇ ਰਹਿ ਜਾਂਦੇ ਨੇ, ਭਗਤੀ ਤੋਂ ਖਾਲੀ ਘੜੇ ਲੈ ਕੇ ਜਾਂਦੇ ਨੇ, ਭਾਂਡੇ ਆਪਣੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਪਰਲੋਕ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ। ਜਿਨੀ ਨਾਮ ਵਿਸਾਰਿਆ, ਅਵਗਣ ਮੁਠੀ ਰੋਏ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਭਾਈ, ਉਹ ਔਗਣਾਂ ਦੇ ਵਿੱਚ ਐਸੇ ਫਸੇ ਨੇ, ਚਿੰਤਾ ਦੇ ਰੋਗ ਲੱਗੇ ਰਹਿੰਦੇ ਨੇ, ਔਰ ਜਿਹੜੇ ਅੰਦਰ ਵਿਕਾਰੀ ਤੱਤ ਨੇ ਉਹ ਉਹਨਾਂ ਨੂੰ ਲੁੱਟੀ ਜਾ ਰਹੇ ਨੇ। ਖੋਜਤ ਪਾਇਆ, ਡਰ ਕਰ ਮਿਲੇ ਮਿਲਾਏ। ਇਹਦੂ ਸੰਸਾਰ ਦੇ ਉੱਤੇ ਡਰ ਕੇ ਖੋਜ ਕੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ। ਡਰ ਉਹਨਾਂ ਤੱਤਾਂ ਦਾ, ਉਹਨਾਂ ਦਾ ਪਾਪਾਂ ਦਾ ਡਰ, ਉਹਨਾਂ ਭਰਮਾਂ ਦਾ ਡਰ, ਦੁਚਿੱਤੀ ਦਾ, ਉਸ ਡਰਾਂ ਨੂੰ ਦੂਰ ਕੀਤਾ ਨਿਰੰਕਾਰ ਦੀ ਕਿਰਪਾ ਦੇ ਨਾਲ। ਤੇ ਜਦੋਂ ਡਰ ਦੂਰ ਹੋ ਗਏ ਤਾਂ ਸਾਨੂੰ ਉਹ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਗਿਆ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਸਤ ਸੰਗਤ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਉਸ ਜੀਵ ਨੇ ਪਛਾਣ ਲਿਆ, ਨਿਰੰਕਾਰ ਤੋਂ ਗਿਆਨ ਲੈ ਕੇ ਨਾਮ ਨੂੰ ਪ੍ਰਗਟ ਕਰ ਲਿਆ, ਆਪਣੇ ਸਰੂਪ ਨੂੰ, ਇਸ ਹਰ ਮੰਦਰ ਨੂੰ ਨਿਰੰਕਾਰ ਨੇ ਜਿਹੜਾ ਬਹੁਤ ਸੋਹਣਾ ਪਿਆ, ਇਸ ਨੂੰ ਹੁਣ ਪਛਾਣ ਲਿਆ। ਤੇ ਫਿਰ ਕੀ ਹੁੰਦਾ ਹੈ? ਹਉਮੈ ਤ੍ਰਿਸ਼ਨਾ ਜਾਏ, ਅੰਦਰੋਂ ਸਾਰੀਆਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ। ਨਿਰੰਕਾਰ ਕਿਰਪਾ ਕਰਦੇ ਨੇ, ਹਉਮੈ ਦਾ ਜਿਹੜਾ ਵੱਡਾ ਰੋਗ ਹੈ ਉਸ ਨੂੰ ਵੀ ਖਤਮ ਕਰ ਦਿੰਦੇ ਹਨ। ਨਾਨਕ ਨਿਰਮਲ ਉਜਲੇ, ਜੋ ਰਾਤੇ ਹਰ ਨਾਈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਨਿਰਮਲ ਜੀਵ, ਉਹ ਨਿਰਮਲ ਪਰਮਾਤਮਾ ਦੇ ਵਿੱਚ ਵੀ ਭੇਦ ਹੋ ਜਾਂਦੇ ਨੇ। ਕਿਹੜੇ? ਜੋ ਰਤੇ ਹਰ ਨਾਈ, ਜਿਹੜੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਰੰਗ ਹੋ ਗਏ, ਉਹ ਨਾਮ ਦਾ ਰੂਪ ਹੀ ਬਣ ਗਏ। ਉਸ ਨਾਮ ਦਾ ਰੂਪ ਬਣਨ ਦੇ ਨਾਲ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਵਿੱਚ ਜੀਵ ਅਭੇਦ ਹੋ ਗਿਆ। ਏਡੀ ਮਹਿਮਾ, ਏਡੀ ਵਡਿਆਈ, ਏਡੀ ਤਾਕਤ ਇਸ ਸਤਿਗੁਰ ਦੇ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਹੈ ਭਾਈ। ਆਪ ਜੀ ਦੀ ਸੇਵਾ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਸਦਾ ਬਖਸ਼ਾਉਂਦਾ, ਭਾਵੁਕ ਹੋ ਕੇ ਅਰਥ ਕਰੀਦੇ ਨੇ। ਕਈ ਵਾਰ ਮਨ ਇੰਨਾ ਪ੍ਰੇਮ ਦੇ ਵਿੱਚ ਭਿੱਜਣਾ ਸ਼ੁਰੂ ਹੋ ਜਾਂਦਾ,
ਤੁਹਾਡੇ ਸਾਡਾ ਮਨ ਗਦ-ਗਦ ਕਰਦਾ ਕਿ ਅਸੀਂ ਤੁਹਾਡੀ ਹੋਰ ਸੇਵਾ ਕਰੀਏ। ਕਈ ਵਾਰ ਫਿਰ ਟਾਈਮ ਵੀ ਕਈ ਵਾਰੀ ਉੱਪਰ ਥੱਲੇ ਹੋ ਜਾਂਦਾ, ਪਰ ਗੁਰੂ ਕੀ ਸੰਗਤ ਸਦਾ ਬਖਸ਼ਾਉਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਕੇ ਸਾਨੂੰ ਆਪ ਜੀ ਨੇ ਇਹ ਅਧਿਆਇ ਵੀ ਪ੍ਰਵਾਨ ਕਰ ਲੈਣਾ। ਮੇਰੀ ਸਦਾ ਹੀ ਬੇਨਤੀ ਰਹਿੰਦੀ ਹੁੰਦੀ ਹੈ, ਆਪ ਸੁਣੋ, ਦੂਸਰਿਆਂ ਨੂੰ ਪ੍ਰੇਰਨਾ ਦੇਵੋ। ਸ਼ਾਇਦ ਮੇਰੇ ਵਰਗੇ ਮਨਮੁਖ ਜਿਹੜੇ ਨੇ ਉਹਨਾਂ ਦੇ ਵੀ ਕੋਈ ਨਾ ਕੋਈ ਗਿਆਨ ਹਾਸਲ ਹੋ ਜਾਵੇ। ਹੋਈਆਂ ਵਾਓ ਫਤਿਹ ਬੁਲਾ ਕੇ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।